ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲੀ ਗੱਲਬਾਤ ਕਰਨੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਗਲੇ 10 ਸਾਲਾਂ ਦੇ ਵਿੱਚ 10 ਲੱਖ ਨੌਕਰੀਆਂ ਹੋਰ ਹੋਣੀਆਂ। ਕਿਹੜੇ-ਕਿਹੜੇ ਖੇਤਰ 'ਚ ਨੌਕਰੀਆਂ ਹੋਣਗੀਆਂ ਇਹ ਗੱਲਬਾਤ ਕਰਾਂਗੇ। ਦੂਜੀ ਗੱਲਬਾਤ ਅੱਜ ਕਰਨੀ ਹੈ, ਐਡਮਿੰਟਨ ਦੇ ਵਿੱਚ ਇੱਕ ਕੁੜੀ ਦੇ ਨਾਲ ਇੱਕ ਵਿਅਕਤੀ ਨੇ ਗਲਤ ਹਰਕਤ ਕੀਤੀ, ਉਹਨੂੰ ਜ਼ਬਰਦਸਤੀ ਅਪਾਰਟਮੈਂਟ ਦੇ ਵਿੱਚ ਲੈ ਗਿਆ, ਉਹਨੂੰ ਚਾਰਜ ਕੀਤਾ ਗਿਆ। ਤੀਜੀ ਗੱਲਬਾਤ ਕੈਨੇਡਾ ਦੀ ਲੰਬਰ ਇੰਡਸਟਰੀ ਬਾਰੇ ਕਰਨੀ ਹੈ, ਇਸ ਵੇਲੇ ਇੱਕ ਹੋਰ ਟੈਨਸ਼ਨ ਪਈ ਹੈ ਇੱਥੇ। ਚੌਥੀ ਗੱਲਬਾਤ ਕਲੋਨਾਂ ਦੀ ਇੱਕ ਔਰਤ ਬਾਰੇ ਕਰਨੀ ਹੈ, ਕਿਤਾਬਾਂ ਨੂੰ ਬਚਾ ਰਹੀ ਹੈ ਇਹ। ਪੰਜਵੀਂ ਗੱਲਬਾਤ ਵੀ ਅਲਬਰਟਾ ਦੀ ਹੈ, ਇੱਕ ਜਿਹੜੀ ਐਂਟੀਬਾਇਓਟਿਕ ਦਵਾਈਆਂ ਉਹਦੀ ਕਮੀ ਲਗਾਤਾਰ ਜਾਰੀ ਹੈ ਉੱਥੇ। ਅਤੇ ਛੇਵੀਂ ਗੱਲਬਾਤ ਕਰਨੀ ਹੈ ਕਿ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੇ ਮੰਗ ਕੀਤੀ ਹੈ ਵੀ ਜਿਹੜੇ ਚੀਨ ਦੇ ਸਿੱਧੇ TV ਸਟੇਸ਼ਨ ਕੈਨੇਡਾ ਚੱਲਦੇ ਉਹਨਾਂ ਨੂੰ ਬੰਦ ਕੀਤਾ ਜਾਵੇ। ਵਿਨੀਪੈਗ ਦੀ ਗੱਲਬਾਤ ਕਰਾਂਗੇ। ਬੱਸਾਂ ਦੇ ਵਿੱਚ ਸੁਰੱਖਿਆ ਵਧਾਈ ਗਈ ਹੈ, ਕਈ ਉੱਥੇ ਵਾਰਦਾਤਾਂ ਹੋਈਆਂ ਸੀ, ਹੁਣ ਲੋਕ ਥੋੜ੍ਹੇ ਜਿਹੇ ਖੁਸ਼ ਆ। ਅਤੇ ਅਗਲੀ ਗੱਲਬਾਤ ਕਰਨੀ ਹੈ, ਕੈਨੇਡਾ ਦੇ ਵਿੱਚ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਨੈਸ਼ਨਲ ਸਕੂਲ ਫੂਡ ਪਾਲਿਸੀ ਹੋਊਗੀ ਵੀ ਨਿਆਣਿਆਂ ਨੇ ਕੀ ਖਾਣਾ ਅਤੇ ਕੀ ਦੇਣਾ ਇਹਨਾਂ ਨੂੰ। ਨੈਟਫਲਿਕਸ ਦੇ ਪਾਸਵਰਡ ਸ਼ੇਅਰ ਦਾ ਕੀ ਮਾਮਲਾ ਹੈ, ਇਹ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ। ਸਭ ਤੋਂ ਪਹਿਲੀ ਗੱਲਬਾਤ ਜੋਬਸ ਬਾਰੇ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਇੱਕ ਸੂਬਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਣ ਵਾਲੇ 10 ਸਾਲਾਂ ਵਿੱਚ 10 ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਹੋਣਗੀਆਂ, ਜਿਹਦੇ ਲਈ ਵਰਕਰਾਂ ਦੀ ਲੋੜ ਰਹੂਗੀ। ਪੂਰਾ ਇੱਕ ਦਹਾਕਾ ਸਭ ਤੋਂ ਜ਼ਿਆਦਾ ਡਿਮਾਂਡ ਹੈਲਥ ਕੇਅਰ ਅਤੇ ਟੈਕਨੋਲੋਜੀ ਵਰਕਰਸ ਦੀ ਇੱਥੇ ਰਹਿਣੀ ਆ, ਜਿਹੜੀ ਲੱਗਦਾ ਇਹਨਾਂ ਨੂੰ ਆ ਕਿ ਇਹ ਪੂਰੀ ਨਹੀਂ ਹੋਣੀ। BC ਲੇਬਰ ਮਾਰਕੀਟ ਦੀ ਆਊਟਲੁੱਕ ਇਹ ਦੱਸ ਰਹੀ ਆ ਕਿ ਇੰਪਲੋਇਮੈਂਟ ਇਸ ਪ੍ਰੋਵਿੰਸ ਦੇ ਵਿੱਚ 3.1 ਮਿਲੀਅਨ ਤੱਕ ਪਹੁੰਚ ਜੂਗੀ 2032 ਤੱਕ, ਜਦੋਂ ਕਿ ਇਹ 10 ਲੱਖ ਤੋਂ ਜ਼ਿਆਦਾ ਨੌਕਰੀਆਂ ਜਿਹੜੀਆਂ ਇਹਦੇ ਵਿੱਚ ਐਡ ਹੋ ਜਾਣਗੀਆਂ ਇਸ ਪੂਰੇ ਇੱਕ ਦਹਾਕੇ ਦੇ ਵਿੱਚ। 2022 ਦਾ ਫੋਰਕਾਸਟ ਜਿਹੜਾ ਕੱਲ੍ਹ ਜਾਣੀ ਕਿ ਬੁੱਧਵਾਰ ਦੇ ਦਿਨ ਰਿਲੀਜ਼ ਕੀਤਾ ਗਿਆ, ਉਹ ਇਹ ਦੱਸ ਰਿਹਾ ਕਿ ਇੰਪਲੋਇਮੈਂਟ 1.3% ਐਨੂਅਲੀ ਪਿਛਲੇ ਇੱਕ ਦਹਾਕੇ ਤੱਕ ਜਿਹੜੀ ਵੱਧ ਰਹੀ ਆ, ਅਤੇ ਵੱਡਾ ਪਾਰਟ ਇਹਦਾ ਹੈਲਥ ਕੇਅਰ ਸੈਗਮੈਂਟ ਦੇ ਵਿੱਚ ਅਤੇ ਟੈਕ ਸੈਕਟਰ ਦੇ ਵਿੱਚ ਦੱਸਿਆ ਜਾ ਰਿਹਾ। ਅਤੇ ਜਿਹੜੀ ਇਮੀਗ੍ਰੇਸ਼ਨ ਲੈਵਲ ਆ ਉਹ ਵੀ ਪਿਛਲੇ ਸਮੇਂ ਦੇ ਵਿੱਚ ਵਧਿਆ। ਹੁਣ ਇਹਦਾ ਮਤਲਬ ਕੀ ਆ ਇਸ ਖਬਰ ਦਾ ਕਿ ਅਗਲੇ 10 ਸਾਲਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 10 ਲੱਖ ਨੌਕਰੀਆਂ ਹੋਣਗੀਆਂ। ਇਹ ਚੰਗੀ ਖਬਰ ਵੀ ਹੈ ਅਤੇ ਇਹ ਮਾੜੀ ਖਬਰ ਵੀ ਹੈ। ਪੋਸਟ ਸੈਕੰਡਰੀ ਐਜੂਕੇਸ਼ਨ ਅਤੇ ਫਿਊਚਰ ਸਕਿੱਲ ਮਿਨਿਸਟਰ ਸਾਡੇ ਸਲੀਨਾ ਰੋਬਿਨਸਨ, ਉਹਨਾਂ ਨੇ ਇਹ ਗੱਲਬਾਤ ਕਹੀ ਆ। ਵੱਡਾ ਚੈਲੰਜ ਇਸ ਵੇਲੇ ਕੀ ਆ ਕਿ ਬਿਜ਼ਨੈਸਿਸ ਤੋਂ ਜਿਨ੍ਹਾਂ ਤੋਂ ਹੁਣ ਇਹ ਸੁਣ ਰਹੇ ਆ ਕਿ ਉਹਨਾਂ ਨੂੰ ਕੰਮ ਹੀ ਨਹੀਂ ਲੱਭ ਰਿਹਾ ਜਾਂ ਵਰਕਰ ਚਾਹੀਦੇ ਆ, ਉਹਨਾਂ ਦਾ ਕੀ ਬਣੂਗਾ ਇਹਦੇ ਨਾਲ। ਇਮੀਗ੍ਰੇਸ਼ਨ ਹੋਣੀ ਆ, ਕੈਨੇਡਾ ਦੇ ਬਾਕੀ ਪ੍ਰੋਵਿੰਸਿਸ ਤੋਂ ਵੀ ਲੋਕ ਇੱਧਰਲੇ ਪਾਸੇ ਮੂਵ ਕਰ ਰਹੇ ਆ, ਪਰ ਫਿਰ ਵੀ 8% ਦਾ ਗੈਪ ਕਿਤੇ ਨਾ ਕਿਤੇ ਇਹਦੇ ਵਿੱਚ ਰਹਿਣਾ ਆ। ਮਤਲਬ ਜਿੰਨੇ ਬੰਦੇ ਚਾਹੀਦੇ ਆ ਉਨੇ ਬੰਦੇ ਇੱਥੇ ਹੈ ਨਹੀਂ ਆ। ਹੁਣ ਇੱਥੇ ਆਮ ਤੌਰ ਦੇ ਉੱਤੇ ਇੱਕ ਸਵਾਲ ਇਹ ਕੀਤਾ ਜਾਂਦਾ ਕਿ ਇੱਥੇ ਤਾਂ ਜੀ ਕੰਮ ਜੇ ਬੰਦੇ ਜ਼ਿਆਦਾ ਆ, ਜਾਂ ਦੂਜੇ ਪਾਸੇ ਜਿਹੜੀਆਂ ਵੱਡੀਆਂ ਟੈਕ ਕੰਪਨੀਜ਼ ਆ ਉਹਨਾਂ ਨੇ ਲੇ ਆਫ ਕਰਨੀ ਸ਼ੁਰੂ ਕਰ ਦਿੱਤੀ, ਚਾਹੇ ਐਮਾਜ਼ੋਨ ਆ, ਮਾਈਕਰੋਸੋਫਟ ਆ, ਅੱਜ ਡਿਜ਼ਨੀ ਨੇ 7000 ਬੰਦਾ ਲੇ ਆਫ ਕਰ ਦਿੱਤਾ। ਕਿਹੜੇ ਸੈਕਟਰ ਦੇ ਵਿੱਚ ਬੰਦੇ ਚਾਹੀਦੇ ਕਿੱਥੇ ਆ? ਅਸਲ ਦੇ ਵਿੱਚ ਇਹਦੇ ਅਲੱਗ-ਅਲੱਗ ਸੈਕਟਰਸ ਨੇ। ਨੌਕਰੀ ਨੇ ਹੈਲਥ ਕੇਅਰ ਵਰਕਰ ਚਾਹੀਦੇ ਨੇ ਇੱਥੇ। ਰਜਿਸਟਰਡ ਨਰਸ ਕੋਈ ਵੀ ਨਹੀਂ ਤੁਹਾਨੂੰ ਹੋਊਗਾ ਇੱਥੇ ਵੀ ਵਿਹਲੀ ਬੈਠੀ ਹੋਵੇ ਜਾਂ ਉਹਨਾਂ ਨੂੰ ਨੌਕਰੀ ਨਾ ਮਿਲੀ ਹੋਵੇ। ਟੈਕ ਜਿਹੜਾ ਸੈਕਟਰ ਆ ਕੈਨੇਡਾ ਦੇ ਵਿੱਚ, ਖਾਸ ਕਰ IT ਦੇ ਵਿੱਚ, ਕੋਈ ਬੰਦਾ ਵੀ ਤੁਹਾਨੂੰ ਵਿਹਲਾ ਨਹੀਂ ਦਿਸੂਗਾ। ਹੋ ਸਕਦਾ ਕੁਛ ਕੰਮਾਂ ਕਾਰਾਂ ਦੇ ਵਿੱਚ ਜ਼ਿਆਦਾ ਬੰਦੇ ਹੋਣ ਜਾਂ ਲੱਗਦਾ ਹੋਵੇ ਕਿ ਉੱਥੇ ਨੌਕਰੀ ਨਹੀਂ ਮਿਲ ਰਹੀ, ਪਰ ਇਹ ਇਸ ਵੇਲੇ ਵੱਡੀ ਚਿੰਤਾ ਆ। ਜਿਹੜੇ ਇਹ ਨੌਕਰੀਆਂ ਦੇਣ ਵਾਲਾ ਮਹਿਕਮਾ ਆ ਸਾਡਾ ਬ੍ਰਿਟਿਸ਼ ਕੋਲੰਬੀਆ ਦਾ, ਉਹਦੀ ਮਿਨਿਸਟਰ ਨੇ ਅੱਜ ਬਿਆਨ ਦਿੱਤਾ ਵੀ ਇਹ ਸਾਡੇ ਲਈ ਇੱਕ ਚੈਲੰਜ ਵੀ ਹੈ ਵੀ ਇਹ ਨੌਕਰੀਆਂ ਲਈ ਬੰਦੇ ਕਿੱਥੋਂ ਲੈ ਕੇ ਆਉਣੇ। ਹੁਣ 2/3 ਜਿਹੜੀਆਂ ਰਿਟਾਇਰਮੈਂਟਸ ਵੀ ਇੱਥੇ ਹੋ ਰਹੀਆਂ। ਹੈਲਥ ਕੇਅਰ ਅਤੇ ਜਿਹੜੇ ਟੈਕ ਵਰਕਰਸ ਆ ਉਹ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ 80% ਜੋਬਸ ਇੱਧਰਲੇ ਪਾਸੇ ਹੋਣਗੀਆਂ, ਔਰ ਉਹਦੇ ਵਿੱਚ ਤੁਹਾਨੂੰ ਪੜ੍ਹਾਈ ਲਿਖਾਈ ਜ਼ਰੂਰੀ ਹੈ, ਪੋਸਟ ਸੈਕੰਡਰੀ ਐਜੂਕੇਸ਼ਨ ਜ਼ਰੂਰੀ ਚਾਹੀਦੀ ਹੁੰਦੀ ਹੈ। ਜਿਹੜੀ ਟੈਕਨੀਕਲ ਬਰੀਫਿੰਗ ਦੇ ਵਿੱਚ ਉਹਨਾਂ ਨੇ ਦੱਸਿਆ, ਸਟਾਫ ਰਿਪੋਰਟਰ ਨੇ, ਕਿ 2030 ਤੱਕ ਜਿਹੜੀ ਨੈਚੁਰਲ ਪਾਪੂਲੇਸ਼ਨ ਗਰੋਥ ਆ ਉਹ 0% ਜਿਹੜੀ ਐਕਸਪੈਕਟ ਕੀਤੀ ਜਾ ਰਹੀ ਆ। ਮਤਲਬ ਇਹ ਆ ਕਿ ਇੱਥੇ ਇੰਨੇ ਲੋਕ ਪੈਦਾ ਨਹੀਂ ਹੋਣਗੇ ਜਿੰਨੀਆਂ ਜੋਬਸ ਇੱਥੇ ਹੈਗੀਆਂ। ਹੁਣ ਦੂਜਾ ਸਿੱਧਾ ਸੋਰਸ ਸਾਡੇ ਕੋਲ ਇਮੀਗ੍ਰੇਸ਼ਨ ਦਾ ਆ। ਇਮੀਗ੍ਰੇਸ਼ਨ ਕੀ ਪਾਰਟ ਆ ਸਟ੍ਰੈਟਜੀ ਦਾ, ਉਹਦੇ ਉੱਤੇ ਸਾਰਾ ਜ਼ੋਰ ਉਹਦੇ ਉੱਤੇ ਲੱਗਿਆ ਹੋਊਗਾ। 40% ਨੌਕਰੀਆਂ ਜਿੰਨੀਆਂ ਇੱਥੇ ਪੈਦਾ ਹੋ ਰਹੀਆਂ, ਇਹਦੇ ਵਿੱਚੋਂ ਮਤਲਬ ਮੋਟਾ ਅੰਦਾਜ਼ਾ ਲਾ ਰਿਹਾ ਕਿ ਇਹਨੂੰ ਭਰਨ ਦੇ ਲਈ ਇਮੀਗ੍ਰੈਂਟਸ ਚਾਹੀਦੇ ਆ, ਅਤੇ ਇਮੀਗ੍ਰੈਂਟਸ ਦੇ ਉੱਤੇ ਡਿਪੈਂਡ ਕੀਤਾ ਜਾ ਰਿਹਾ। ਇਹ ਇਮੀਗ੍ਰੇਸ਼ਨ ਇੱਕ ਸੂਬੇ ਤੋਂ ਵੀ ਹੋ ਸਕਦੀ ਆ ਅਤੇ ਜਿਹੜਾ ਦੂਜੇ ਪਾਸਿਓਂ ਵੀ ਹੋ ਸਕਦੀ ਆ। ਜਿਹੜਾ BC ਦਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਆ, ਉਹ ਇਸੇ ਕਰਕੇ ਆ ਕਿ ਫੈਡਰਲ ਸਰਕਾਰ ਦੇ ਨਾਲ ਰਲ ਕੇ ਇਹਦੇ ਵਿੱਚ ਉਹ ਨੌਕਰੀਆਂ ਵਾਲੇ ਬੰਦੇ ਸੱਦੇ ਜਾ ਸਕਣ ਜਿਹੜੀਆਂ ਨੌਕਰੀਆਂ ਵਾਲੇ ਚਾਹੀਦੇ ਆ। ਕੈਨੇਡਾ ਦੇ ਵਿੱਚ ਇੱਕ ਤਾਂ ਫੈਡਰਲ ਲੈਵਲ ਦੇ ਉੱਤੇ
ਬੰਦੇ ਪੱਕੇ ਹੁੰਦੇ ਆ, ਜਿਹੜੀ ਸਾਡੀ ਕੇਂਦਰ ਸਰਕਾਰ ਆ ਉਹ ਬੰਦੇ ਪੱਕੇ ਕਰਦੀ, ਉਹਨਾਂ ਦਾ ਆਪਣਾ ਪ੍ਰੋਗਰਾਮ ਆ। ਹਰ ਇੱਕ ਸੂਬੇ ਦਾ ਇੱਕ ਆਪਣਾ ਕੋਟਾ ਆ, ਉਹਨਾਂ ਦਾ ਆਪਣਾ ਪ੍ਰੋਗਰਾਮ ਆ ਜਿਹਨੂੰ ਪ੍ਰੋਵਿੰਸ਼ੀਅਲ ਨੋਮੀਨੀ ਆਪਣੇ ਪ੍ਰੋਗਰਾਮ ਕਿਹਾ ਜਾਂਦਾ। ਉਹ PNP ਦੇ ਵਿੱਚ ਹਰ ਇੱਕ ਸੂਬਾ ਆਪਣੀ ਡਿਮਾਂਡ ਅਨੁਸਾਰ ਫਿਰ ਲੋਕਾਂ ਨੂੰ ਪੱਕੇ ਕਰਦਾ, ਅਤੇ BC ਵੀ ਇਸ ਗੱਲ ਦੇ ਉੱਤੇ ਆਸ ਕਰ ਰਿਹਾ ਕਿ ਉਸ ਪ੍ਰੋਗਰਾਮ ਦੇ ਤਹਿਤ ਅਸੀਂ ਲੋਕਾਂ ਨੂੰ ਇੱਥੇ ਸੱਦਾਂਗੇ ਅਤੇ ਜਿਹੜੀਆਂ ਜੌਬਸ ਆ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਦੂਜੀ ਗੱਲ ਇਹ ਆ ਕਿ ਜਿਹੜੀ ਪ੍ਰੋਵਿੰਸ਼ੀਅਲ ਸਟ੍ਰੈਟਜੀ ਹੈ ਇਸ ਵੇਲੇ ਕਿ ਨੈਟਵਰਕ ਕਨੈਕਟੀਵਿਟੀ ਵਧਾਈ ਜਾਊਗੀ ਤਾਂ ਕਿ ਜਿਹੜਾ ਅਫੋਰਡੇਬਲ ਚਾਈਲਡ ਕੇਅਰ ਹੋਵੇ, ਜ਼ਿਆਦਾ ਜਿਹੜੇ ਕ੍ਰੈਡੈਂਸ਼ਲਿੰਗ ਆ ਉਹ ਹੋਵੇ ਇਸ ਮਾਮਲੇ ਦੇ ਵਿੱਚ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਸਰਕਾਰ ਹੈ ਇਸ ਵੇਲੇ ਉਹ ਜਿਹੜੀ ਉਹਨਾਂ ਨੂੰ ਟ੍ਰੇਨਿੰਗ ਸਪੇਸਿਸ ਵੀ ਵਧਾਉਣ ਦੀ ਗੱਲਬਾਤ ਦੱਸੀ ਜਾ ਰਹੀ ਹੈ। ਲਿਬਰਲ ਲੀਡਰ ਕੈਵਨ ਫਾਲਕਰ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਹੈ ਕਿ ਪ੍ਰੋਵਿੰਸ ਦੇ ਕੋਲ ਕੁਛ ਵੀ ਇੱਦਾਂ ਦਾ ਨਹੀਂ ਜਿਹੜਾ ਕਿ ਵਰਕਰਸ ਨੂੰ ਅਟਰੈਕਟ ਕੀਤਾ ਜਾ ਸਕੇ। ਹੁਣ ਚਾਈਲਡ ਕੇਅਰ ਦਾ ਇਹਦੇ ਨਾਲ ਸਿੱਧਾ ਸੰਬੰਧ ਆ। ਚਾਈਲਡ ਕੇਅਰ ਦਾ ਇਹਦੇ ਨਾਲ ਸੰਬੰਧ ਇਸ ਕਰਕੇ ਆ ਵੀ ਜਿਹੜੇ ਮਾਪੇ ਘਰ ਦੇ ਵਿੱਚ ਬੱਚੇ ਨੂੰ ਸਾਂਭ ਰਹੇ ਆ, ਉਹਨਾਂ ਨੂੰ ਬੱਚਿਆਂ ਨੂੰ ਚਾਈਲਡ ਕੇਅਰ 'ਚ ਛੱਡ ਕੇ ਮਾਪਿਆਂ ਨੂੰ ਬਾਹਰ ਕੱਢਿਆ ਜਾਵੇ ਵੀ ਕੰਮ ਕਰੋ, ਕਿਉਂਕਿ ਬੰਦੇ ਹੈ ਨਹੀਂ ਗੇ। ਹੁਣ ਇਸੇ ਕਰਕੇ ਅਫੋਰਡੇਬਲ ਚਾਈਲਡ ਕੇਅਰ ਦੀ ਗੱਲਬਾਤ ਚੱਲ ਰਹੀ ਆ। ਜੇ ਕਿਸੇ ਬੰਦੇ ਨੂੰ ਇਹ ਲੱਗਦਾ ਵੀ ਜਿੰਨੇ ਕੁ ਪੈਸੇ ਚਾਈਲਡ ਕੇਅਰ ਦੇ ਵਿੱਚ ਦੇਣੇ ਪੈਣੇ ਉੱਥੇ ਡੇ ਕੇਅਰ ਦੇ ਵਿੱਚ ਦੇ ਕੇ ਤੇ ਉਨੇ ਕੀ ਮੈਂ ਕਮਾਉਣੇ ਆ ਜਾਂ ਬਹੁਤੇ ਫਰਕ ਨਹੀਂ ਆ, ਤਾਂ ਉਹ ਲੋਕ ਘਰ ਰਹਿਣਾ ਪ੍ਰੈਫਰ ਕਰਦੇ ਆ, ਚਾਹੇ ਉਹ ਮਦਰ ਆ ਅਤੇ ਚਾਹੇ ਉਹ ਫਾਦਰ ਆ। ਸਰਕਾਰ ਅਫੋਰਡੇਬਲ ਚਾਈਲਡ ਕੇਅਰ ਇਸ ਕਰਕੇ ਵੀ ਕਰ ਰਹੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਦੂਜਾ ਇਹ ਆ ਕਿ ਹੈਲਥ ਕੇਅਰ ਸੈਕਟਰ ਦੇ ਵਿੱਚ 1,23,000 ਲੋਕ ਆ ਜਿਹੜੇ ਅਗਲੇ 10 ਸਾਲਾਂ ਦੇ ਵਿੱਚ ਚਾਹੀਦੇ ਆ। NDP ਜਿਹੜੀ ਸੈਕੰਡ ਟਰਮ ਦੇ ਵਿੱਚ ਇਸ ਵੇਲੇ ਪਿਛਲੇ 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਇਹਦੀਆਂ ਜਿਹੜੀਆਂ ਟ੍ਰੇਨਿੰਗ ਸਪੇਸਿਸ ਨੇ ਮੈਡੀਕਲ ਡਾਕਟਰ ਦੇ ਲਈ BC ਦੇ ਵਿੱਚ ਉਹਨੂੰ ਐਕਸਪੈਂਡ ਕਰਨ ਦੀ ਗੱਲਬਾਤ ਕੀਤੀ ਹੈ। ਲੋਕ ਪ੍ਰੋਵਿੰਸ ਦੇ ਵਿੱਚ ਆਉਣਗੇ ਜੇ ਇੱਥੇ ਮਤਲਬ ਹਾਊਸਿੰਗ ਪ੍ਰੋਪਰ ਹੋਵੇ। ਹਾਊਸਿੰਗ ਸ਼ਾਰਟ ਸਪਲਾਈ ਦੇ ਵਿੱਚ ਜਿਹੜਾ 5 ਦੇ ਵਿੱਚੋਂ ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲੇ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ। ਜੇਕਰ ਇੱਥੋਂ 5 ਜਿਹੜੀ ਇੱਕ ਫੈਮਿਲੀ 5 ਦੇ ਵਿੱਚੋਂ ਇੱਕ ਦੇ ਕੋਲ ਮਤਲਬ 20% ਕੋਲੇ ਫੈਮਿਲੀ ਡਾਕਟਰ ਹੈ ਨਹੀਂ। ਹੁਣ ਵਿਰੋਧੀਆਂ ਦਾ ਵੀ ਕਹਿਣਾ ਜਾਇਜ਼ ਆ, ਪ੍ਰੋਵਿੰਸ ਦੇ ਵਿੱਚ ਵਰਕਰ ਕਿਉਂ ਆਉਣਗੇ, ਦੂਜੇ ਸੂਬੇ 'ਚੋਂ ਕਿਉਂ ਆਉਣਗੇ, ਜਾਂ ਜਿਹੜਾ ਬਾਹਰੋਂ ਇੱਥੇ ਕੈਨੇਡਾ ਦੇ ਵਿੱਚ ਆ ਰਿਹਾ ਉਹਦੇ ਸਾਹਮਣੇ ਚੋਇਸ ਆ ਕਿ ਉਹਨੇ ਇਹਨਾਂ 13 ਥਾਵਾਂ ਤੋਂ ਕਿਹੜੇ ਸੂਬੇ ਦੇ ਵਿੱਚ ਜਾਣਾ, ਅਤੇ ਜਿਹੜੇ ਸੂਬੇ ਦੇ ਵਿੱਚ ਰਹਿਣਾ ਹੀ ਇੰਨਾ ਮੁਸ਼ਕਿਲ ਆ, ਘਰ ਹੀ ਹੈ ਨਹੀਂ ਗੇ ਜਿੱਥੇ ਜਿਹੜੇ ਇਹ ਪ੍ਰੋਬਲਮ ਵੱਡੀ ਆ ਡਾਕਟਰਸ ਦੀ, ਤਾਂ ਉੱਥੇ ਕਿੱਦਾਂ ਲੋਕ ਆਉਣਗੇ। ਪਰ ਦੂਜਾ ਪਾਸਾ ਦੇਖਿਆ ਜਾਵੇ ਤਾਂ ਸਮੱਸਿਆ ਇਕੱਲੇ ਬ੍ਰਿਟਿਸ਼ ਕੋਲੰਬੀਆ ਦੀ ਨਹੀਂ। ਜੇਕਰ ਇੱਥੇ 10-12 ਲੱਖ ਬੰਦੇ ਕੋਲ ਫੈਮਿਲੀ ਡਾਕਟਰ ਨਹੀਂ ਹੈ ਤਾਂ ਅੰਟੈਰੀਓ ਦੇ ਵਿੱਚ 13-14 ਲੱਖ ਕੋਲੇ ਫੈਮਿਲੀ ਡਾਕਟਰ ਨਹੀਂ ਹੈ। ਸੋ ਇੱਕ ਚੈਲੰਜ ਬਹੁਤ ਵੱਡਾ ਇਹਨਾਂ ਦੇ ਕੋਲ ਇਸ ਵੇਲੇ ਲੱਗਿਆ ਆ। ਫੈਡਰਲ ਇਮੀਗ੍ਰੇਸ਼ਨ ਟਾਰਗੇਟ ਜਿਹੜਾ ਐਡ ਕੀਤਾ ਗਿਆ 41,000 ਵਰਕਰਸ ਦਾ ਪ੍ਰੋਵਿੰਸ ਦੇ ਲਈ 2021 ਤੋਂ 2022 ਦੇ ਲਈ, ਇਸੇ ਤਰ੍ਹਾਂ ਹੀ ਜਿਹੜੀਆਂ ਕਿਹਾ ਕਿ 38% ਜਿਹੜੀਆਂ ਓਪਨਿੰਗਸ ਨੇ 2032 ਤੱਕ ਉਹ ਫਿਲ ਕੀਤੀਆਂ ਜਾਣੀਆਂ। ਵਰਕਰਸ ਜਿਹੜੇ ਦੂਜੇ ਪਾਰਟਸ ਆਫ ਕੰਟਰੀ ਨੇ ਉੱਥੋਂ ਵੀ ਲਿਆ ਕੇ ਮਤਲਬ 8% ਉਹਨਾਂ ਨੂੰ ਵੀ ਮੰਨਿਆ ਜਾ ਰਿਹਾ ਕੋਈ ਇੱਧਰਲੇ ਪਾਸੇ ਆ ਕੇ ਵੀ ਇਹਦੇ ਜਿਹੜੇ ਆ ਇੱਥੇ ਇਹਨਾਂ ਨੂੰ ਨੌਕਰੀਆਂ ਨੂੰ ਭਰ ਸਕਦੇ ਆ। ਸੋ ਇੱਕ ਵੱਡੀ ਇਸ ਵੇਲੇ ਜਿਹੜੀ ਚਿੰਤਾ ਮੇਨਲੈਂਡ ਜਾਂ ਸਾਊਥ ਵੈਸਟ ਦੀਆਂ ਜੋਬ ਓਪਨਿੰਗਸ ਦੱਸੀਆਂ ਜਾ ਰਹੀਆਂ ਕਿ 6,54,600 ਜੋਬ ਓਪਨਿੰਗਸ ਹੋਣਗੀਆਂ। ਵੈਨਕੂਵਰ ਆਈਲੈਂਡ ਦੇ ਉੱਤੇ 1,76,000 ਜਿਹੜੀਆਂ ਜੋਬ ਓਪਨਿੰਗਸ ਹੋਣਗੀਆਂ। ਥੌਮਸਨ ਓਕਨਾਗਨ ਦਾ ਜਿਹੜਾ ਇਲਾਕਾ ਹੈ ਉੱਥੇ 1,20,000 ਦੱਸੀਆਂ ਜਾ ਰਹੀਆਂ। ਕੋਟਨੀ ਦੇ ਵਿੱਚ 21,900, ਕਰੀਬੋ ਦੇ ਵਿੱਚ 18,500 ਅਤੇ ਨਾਰਥ ਈਸਟ ਅਤੇ ਉੱਧਰਲੇ ਪਾਸੇ 15,400 ਅਤੇ ਨਾਰਥ ਈਸਟ ਦੇ ਵਿੱਚ 9700 ਜੋਬ ਓਪਨਿੰਗਸ ਦੱਸੀਆਂ ਜਾ ਰਹੀਆਂ ਆ। ਇੱਕ ਵਾਰੀ ਫਿਰ ਜਿਹੜੇ ਸਭ ਤੋਂ ਵੱਧ ਡਿਮਾਂਡ ਦੇ ਵਿੱਚ ਹੈਗੇ ਆ ਜਿਹਦੇ ਵਿੱਚ ਤੁਹਾਨੂੰ ਡਿਗਰੀ ਚਾਹੀਦੀ ਹੈ, ਲੇਬਰ ਮਾਰਕੀਟ ਦੀ ਆਊਟਲੁੱਕ ਨੂੰ ਦੇਖਿਆ, ਰਜਿਸਟਰਡ ਨਰਸ ਅਤੇ ਰਜਿਸਟਰਡ ਸਾਈਕੈਟ੍ਰਿਕ ਨਰਸ, ਜਿਹੜੇ ਮਾਨਸਿਕ ਰੋਗਾਂ ਦੇ ਮਾਹਰ ਨਰਸਾਂ ਹੁੰਦੀਆਂ, ਸਭ ਤੋਂ ਜ਼ਿਆਦਾ ਲੋੜ ਆ ਇਹਨਾਂ ਦੀ ਇਸ ਵੇਲੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਦੂਜੇ ਨੰਬਰ ਦੇ ਉੱਤੇ ਇਨਫੋਰਮੇਸ਼ਨ ਸਿਸਟਮ ਐਂਡ ਐਨਾਲਿਸਟ ਅਤੇ ਕੰਸਲਟੈਂਟ। ਤੀਜੇ ਨੰਬਰ ਦੇ ਉੱਤੇ ਕੰਪਿਊਟਰ ਪ੍ਰੋਗਰਾਮਰ ਅਤੇ ਇੰਟਰੈਕਟਿਵ ਮੀਡੀਆ ਡਿਵੈਲਪਰ। ਚੌਥੇ ਨੰਬਰ ਦੇ ਉੱਤੇ ਡਿਪਲੋਮਾ ਸਰਟੀਫਿਕੇਟ ਅਤੇ ਜਿਹਦੇ ਮਤਲਬ ਜਿਹੜੇ ਹੈਗੇ ਆ ਜਿਹਦੇ ਵਿੱਚ ਐਕਸਕਲੂਡ ਕੀਤੀ ਆ ਅਪ੍ਰੈਂਟਿਸਸ਼ਿਪ, ਰਿਟੇਲ ਅਤੇ ਹੋਲਸੇਲ ਟ੍ਰੇਡ ਮੈਨੇਜਰ, ਐਡਮਿਨਿਸਟ੍ਰੇਟਿਵ ਆਫਿਸਰ, ਨਰਸ ਏਡ, ਆਰਡਰਲੀ ਅਤੇ ਪੇਸ਼ੈਂਟ ਸਰਵਿਸ ਐਸੋਸੀਏਟਸ। ਇਸੇ ਤਰ੍ਹਾਂ ਹੀ ਜਿਹੜੇ ਆਟੋਮੋਟਿਵ ਸਰਵਿਸਿਜ਼ ਦੇ ਵਿੱਚ ਟੈਕਨੀਸ਼ੀਅਨ ਨੇ, ਟਰੱਕ ਅਤੇ ਬੱਸ ਮਕੈਨਿਕਸ ਨੇ, ਮਕੈਨੀਕਲ ਰਿਪੇਅਰ ਵਾਲੇ ਨੇ, ਹੇਅਰ ਸਟਾਈਲਿਸਟ ਅਤੇ ਬਾਰਬਰ ਨੇ, ਕੰਟਰੈਕਟਰ ਅਤੇ ਸੁਪਰਵਾਈਜ਼ਰ, ਹੈਵੀ ਇਕੁਇਪਮੈਂਟ ਓਪਰੇਟਰ, ਕ੍ਰਿਊ ਉਹ ਪੂਰੇ ਦਾ ਪੂਰਾ ਚਾਹੀਦਾ ਆ। ਜਿਹੜੇ ਮਤਲਬ ਇਹਨਾਂ ਦੀ ਉਹ ਜਿਹੜੀ ਪੜ੍ਹਾਈ ਦਾ ਪੱਧਰ ਵੱਖਰਾ ਵੱਖਰਾ ਹੋਊਗਾ। ਜਿਵੇਂ ਹਾਈ ਸਕੂਲ ਅਤੇ
ਜਿਹੜੇ ਹੋਰ ਹੈਗੇ ਆ ਉਹਨਾਂ ਦੇ ਵਿੱਚ ਰਿਟੇਲ ਸੇਲ ਸੁਪਰਵਾਈਜ਼ਰ ਚਾਹੀਦੇ ਆ, ਰੈਸਟੋਰੈਂਟ ਤੇ ਫੂਡ ਸਰਵਿਸ ਮੈਨੇਜਰ ਚਾਹੀਦੇ ਆ, ਲੌਂਗ ਸ਼ੋਰ ਵਰਕਰ ਚਾਹੀਦੇ ਆ। ਜਿਹੜੇ ਲੋਕਾਂ ਦੇ ਕੋਲ ਟ੍ਰੇਡ ਦਾ ਐਕਸਪੀਰੀਅੰਸ ਆ ਉਹਨਾਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ। ਜਿਹੜੇ ਟ੍ਰੇਡਸ ਦੇ ਵਿੱਚ ਐਕਸਪੀਰੀਅੰਸ ਵਾਲੇ ਲੋਕ ਨੇ, ਕੁੱਕਸ ਨੇ, ਜਿਹੜੇ ਆਟੋਮੋਟਿਵ ਸਰਵਿਸ ਟੈਕਨੀਸ਼ੀਅਨ, ਟਰੱਕ ਤੇ ਬੱਸ ਮਕੈਨਿਕ ਤੇ ਮਕੈਨੀਕਲ ਰਿਪੇਅਰ ਵਾਲੇ। ਇਸੇ ਤਰ੍ਹਾਂ ਕੰਸਟਰਕਸ਼ਨ ਟ੍ਰੇਡ ਦੇ ਵਿੱਚ ਹੈਲਪਰ ਤੇ ਲੇਬਰ ਦੀ ਕਾਫੀ ਜ਼ਿਆਦਾ ਲੋੜ ਦੱਸੀ ਜਾ ਰਹੀ ਆ। ਇਹ ਜਿਹੜੇ ਸਾਰੇ ਕੈਟਾਗਰੀਜ਼ ਨੇ ਇਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਚਾਹੀਦੇ ਆ ਇਸ ਵੇਲੇ ਵੀ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇੱਥੇ ਨੌਕਰੀ ਹੈ ਨਹੀਂ, ਜਾਂ ਕਈ ਵਾਰੀ ਲੋਕ ਇਹ ਦੱਸਦੇ ਆ ਵੀ ਕੈਨੇਡਾ ਦੇ ਵਿੱਚ ਕਿੱਥੇ ਕਿਹੜੀ ਥਾਂ ਦੇ ਉੱਤੇ ਨੌਕਰੀ ਹੈਗੀ ਆ, ਅਸਲ ਇਹ ਆ ਕਿ ਤੁਹਾਨੂੰ ਆਪਣਾ ਪ੍ਰੋਪਰ ਜਿਸ ਪਾਸੇ ਡਿਮਾਂਡ ਆ ਉੱਧਰਲੇ ਪਾਸੇ ਜਾ ਕੇ ਲੱਭਣਾ ਪਊਗਾ। ਨੌਕਰੀਆਂ ਦੀ ਹਾਲਤ ਇਹ ਆ ਕਿ ਸਰਕਾਰਾਂ ਨੂੰ, ਚਾਹੇ ਉਹ ਫੈਡਰਲ ਸਰਕਾਰ ਆ ਹਰ ਸਾਲ ਕੋਟਾ ਵਧਾ ਰਹੀ ਬਾਹਰੋਂ ਬੰਦੇ ਸੱਦਣ ਦਾ, ਚਾਹੇ ਉਹ BC ਸਰਕਾਰ ਆ ਜਿਹੜੀ ਕਹਿ ਰਹੀ ਵੀ ਅਸੀਂ ਕੁਛ ਨਾ ਕੁਛ ਕਰਾਂਗੇ ਤਾਂ ਕਿ ਮਾਪਿਆਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਕੰਮ ਤੇ ਭੇਜਿਆ ਜਾ ਸਕੇ, ਬਾਹਰੋਂ ਬੰਦੇ ਸੱਦੇ ਜਾ ਸਕਣ। ਆਉਣ ਵਾਲੇ 10 ਸਾਲਾਂ ਦੇ ਵਿੱਚ 10 ਲੱਖ ਤੋਂ ਜ਼ਿਆਦਾ ਨੌਕਰੀਆਂ ਇੱਥੇ ਸਰਕਾਰ ਇਸ ਵੇਲੇ ਇਸ ਫਿਕਰ ਦੇ ਵਿੱਚ ਆ ਕਿ ਬੰਦੇ ਕਿੱਥੋਂ ਲਿਆਉਣੇ ਆ, ਤੇ ਉਹਦੀ ਤਿਆਰੀ ਇਸ ਵੇਲੇ ਤੋਂ ਹੀ ਕੀਤੀ ਜਾ ਰਹੀ ਹੈ। ਅਲਬਰਟਾ ਦੀ ਇੱਕ ਖਬਰ, ਐਡਮਿੰਟਨ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ। ਉਹਨੇ ਇੱਕ ਲੜਕੀ ਜਿਹੜੀ ਕਿ ਘੱਟ ਉਮਰ ਦੀ ਸੀਗੀ ਉਹਨੂੰ ਕਿਡਨੈਪ ਕੀਤਾ, ਸੈਕਸੁਅਲੀ ਅਸੌਲਟ ਕੀਤਾ ਉਹਨੂੰ, ਐਡਮਿੰਟਨ ਪੁਲਿਸ ਦੇ ਦੱਸਣ ਅਨੁਸਾਰ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਹੋ ਸਕਦੀਆਂ। ਪੁਲਿਸ ਇਹ ਕਹਿ ਰਹੀ ਹੈ ਕਿ ਵਿਕਟਮ ਜਿਹੜੀ ਕਿ ਇੱਕ ਮਾਈਨਰ ਆ, ਉਹ ਕੈਨੇਡਾ ਦੇ ਵਿੱਚ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਆਈ ਸੀ, ਰਿਫਿਊਜੀ ਸੀ। ਇੰਗਲਿਸ਼ ਲੈਂਗੁਏਜ ਦੀ ਕਲਾਸ ਡਾਊਨਟਾਊਨ ਦੇ ਵਿੱਚ ਪਿਛਲੇ ਮਹੀਨੇ ਲਾ ਕੇ ਉਹ ਜਾ ਰਹੀ ਸੀ ਕਿ ਇੱਕ ਬੰਦੇ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਦੱਸਦੇ ਆ ਕਿ ਇਹ ਉਹਨੇ ਜਿਹੜਾ ਉਹਨੂੰ ਕੁੜੀ ਨੂੰ, ਉਹ ਬੰਦੇ ਨੇ ਜਿਹੜਾ ਉਹਦਾ ਪਿੱਛਾ ਕਰ ਰਿਹਾ ਸੀ, ਉਹਨੂੰ ਦੱਸਿਆ ਕਿ ਉਹਦੀ ਜਿਹੜੀ ਮਦਰ ਆ ਉਹ ਨੇੜੇ ਪਿਕਅਪ ਦੇ ਲਈ ਉਡੀਕ ਕਰ ਰਹੀ ਆ। ਤੇ ਉਹ ਉਸ ਤੋਂ ਬਾਅਦ ਨੇੜੇ ਉਹਨੂੰ ਜਿਹੜਾ ਨੇੜੇ ਅਪਾਰਟਮੈਂਟ ਬਿਲਡਿੰਗ ਸੀਗਾ ਉਹਦੇ ਵਿੱਚ ਲੈ ਗਿਆ। ਇੱਕ ਵਾਰੀ ਬਿਲਡਿੰਗ ਦੇ ਵਿੱਚ ਚਲੇ ਗਿਆ ਤੇ ਉੱਥੇ ਉਹਨੇ ਬਚਣ ਦੀ ਕੋਸ਼ਿਸ਼ ਵੀ ਕੀਤੀ, ਕੁੜੀ ਨੂੰ ਦੌੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਹਦੇ ਵਿੱਚ ਸਫਲ ਨਹੀਂ ਹੋ ਸਕੀ। ਫਿਰ ਉਹਨੂੰ ਅਪਾਰਟਮੈਂਟ ਦੇ ਵਿੱਚ ਲਿਜਾ ਕੇ ਉਹਨੇ ਡਰਾਇਆ, ਧਮਕਾਇਆ ਵੀ ਜੇ ਤੂੰ ਮੇਰੇ ਕਹੇ ਅਨੁਸਾਰ ਨਾ ਕੀਤਾ ਜਾਂ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੇਰੇ ਪਰਿਵਾਰ ਨੂੰ ਮਾਰ ਦੂੰਗਾ। ਉਹਨੇ ਧਮਕੀ ਦਿੱਤੀ ਉਹਨਾਂ ਨੂੰ, ਜੋ ਪੁਲਿਸ ਇਸ ਵੇਲੇ ਗੱਲ ਦੱਸ ਰਹੀ ਆ। ਤੇ ਕਿਸੇ ਤਰੀਕੇ ਨਾਲ ਉਹ ਕੁੜੀ ਉੱਥੋਂ ਬਚਣ ਦੇ ਵਿੱਚ ਬਾਅਦ ਦੇ ਵਿੱਚ ਸਫਲ ਹੋ ਗਈ ਤੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ। ਡੇਵਿਡ ਡੋਮਿਨਿਕ ਇਹਦਾ ਨਾਮ ਦੱਸਿਆ, 36 ਸਾਲ ਦੀ ਉਮਰ ਆ ਤੇ ਇਹਨੂੰ ਅਰੈਸਟ ਕੀਤਾ ਨੇ ਜਨਵਰੀ 27 ਨੂੰ। ਚਾਰਜ ਕੀਤਾ ਸੈਕਸੁਅਲ ਅਸੌਲਟ, ਅਨਲਾਫੁਲ ਜਿਹੜੀ ਕਨਫਰਟਮੈਂਟ ਤੇ ਧਮਕੀ ਦੇਣ ਲਈ, ਥ੍ਰੈਟਨਿੰਗ ਦੇ ਲਈ, ਕਿਡਨੈਪਿੰਗ ਦੇ ਲਈ ਤੇ ਹੋਰ ਜਿਹੜੀਆਂ ਉਹਦੇ ਤੇ ਚਾਰਜ ਵੀ ਲਾਏ ਗਏ ਆ। ਇਨਵੈਸਟੀਗੇਟਰ ਇਹ ਮੰਨ ਰਹੇ ਆ ਕਿ ਇਹ ਵਿਕਟਮ ਹੋਰ ਵੀ ਹੋਣਗੇ ਇੱਥੇ। ਤੇ ਉਹ ਹੁਣ ਦੱਸ ਰਿਹਾ ਵੀ ਜੇ ਕਿਸੇ ਦੇ ਨਾਲ, ਕਈ ਵਾਰੀ ਬਹੁਤੇ ਲੋਕ ਇੱਦਾਂ ਦਾ ਕ੍ਰਾਈਮ ਰਿਪੋਰਟ ਨਹੀਂ ਕਰਦੇ। ਪਹਿਲੀ ਗੱਲ ਤਾਂ ਇਹ ਸਲਾਹ ਆ ਕਿ ਖਿਆਲ ਰੱਖਿਆ ਜਾਵੇ, ਜੇ ਦਿਨ ਦਿਹਾੜੇ ਇਸ ਤਰ੍ਹਾਂ ਦੀ ਹਰਕਤ ਹੋ ਸਕਦੀ ਹੈ ਤੇ ਕਿਸੇ ਨਾਲ ਵੀ ਇਹ ਚੀਜ਼ ਵਾਪਰ ਸਕਦੀ ਹੈ। ਤੇ ਦੂਜੀ ਗੱਲ ਪੁਲਿਸ ਇਹ ਕਹਿੰਦੀ ਆ ਵੀ ਤੁਹਾਨੂੰ ਘੱਟੋ ਘੱਟ ਦੱਸਣਾ ਚਾਹੀਦਾ ਵੀ ਜੇ ਕਿਸੇ ਦੇ ਨਾਲ, ਪੁਲਿਸ ਨੂੰ ਇੱਦਾਂ ਲੱਗਦਾ ਵੀ ਹੋਰ ਲੋਕ ਵੀ ਹੈਗੇ ਆ ਜਿਹੜੇ ਦੱਸ ਨਹੀਂ ਰਹੇ, ਵੀ ਤੁਸੀਂ ਸਾਨੂੰ 780 423 ਜਾਂ 4567 ਦੇ ਉੱਤੇ ਫੋਨ ਕਰਕੇ ਦੱਸ ਦਿਓ, ਜਾਂ ਕ੍ਰਾਈਮ ਸਟੋਪਰ ਜਿਹੜੇ ਨੇ ਉਹਨਾਂ ਨੂੰ ਤੁਸੀਂ 1800-222-8477 1800 222 8477 ਦੇ ਉੱਤੇ ਕਾਲ ਕਰਕੇ ਦੱਸ ਸਕਦੇ ਹੋ ਵੀ ਤੁਹਾਡੇ ਨਾਲ ਜੇ ਕੋਈ ਇੱਦਾਂ ਦੀ ਗੱਲਬਾਤ ਹੋਈ ਹੋਵੇ। ਹੁਣ ਇੱਥੇ ਦੇਖਣ ਵਾਲੀ ਇਹ ਗੱਲ ਆ ਕਿ ਜਿਹੜੇ ਸੈਕਸੁਅਲ ਅਸੌਲਟਸ ਨੇ ਅਲਬਰਟਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ 21% ਵਧੇ ਆ। ਜਿਹੜੇ ਸਟੈਟਿਸਟਿਕਸ ਕੈਨੇਡਾ ਨੇ ਨੰਬਰ ਰਿਲੀਜ਼ ਕੀਤੇ ਸੀ ਉਹ ਦੱਸਦੇ ਆ ਕਿ ਕਾਫੀ ਜ਼ਿਆਦਾ ਇਹ ਸੰਕਟ ਆ ਇੱਥੇ ਅਲਬਰਟਾ ਦਾ। ਪੂਰੇ ਕੈਨੇਡਾ ਦੇ ਵਿੱਚ ਵੀ ਨੰਬਰ ਵਧੇ ਆ, ਪਰ ਜਿਹੜਾ ਨੈਸ਼ਨਲ ਰੇਟ ਸੈਕਸੁਅਲ ਅਸੌਲਟ ਦਾ ਆ ਉਹਦੇ ਨਾਲੋਂ ਅਲਬਰਟਾ ਦੇ ਵਿੱਚ ਨੰਬਰ ਜ਼ਿਆਦਾ ਦੱਸੇ ਜਾ ਰਹੇ ਆ। ਪੁਲਿਸ ਦੱਸ ਰਹੀ ਹੈ ਕਿ 18% 2021 ਦੇ ਵਿੱਚ ਸੀਗਾ ਤੇ ਆਪਣੇ ਆਪ ਦੇ ਵਿੱਚ ਹਾਈਐਸਟ ਦੱਸਿਆ ਜਾ ਰਿਹਾ। ਪਿਛਲੇ 15-20 ਸਾਲਾਂ ਦੇ ਵਿੱਚ ਕਦੇ ਇੰਨੇ ਸੈਕਸੁਅਲ ਅਸੌਲਟ ਦੇ ਮਾਮਲੇ ਨਹੀਂ ਵਧੇ ਇੱਥੇ ਕੈਨੇਡਾ ਦੇ ਵਿੱਚ ਜਿੰਨੇ ਇਸ ਵੇਲੇ ਇਹ ਮਾਮਲੇ ਵਧੇ। ਔਰ ਇੱਕ ਬਹੁਤ ਵੱਡੀ ਜਿਹੜੀ ਸ਼ਿਫਟ ਦੱਸੀ ਜਾ ਰਹੀ ਆ। ਉਸ ਤੋਂ ਬਾਅਦ ਫਿਰ ਰੌਲਾ ਇਹ ਵੀ ਸੀਗਾ ਕਿ ਉਹ ਜਿਹੜਾ ਇੱਕਦਮ ਮਾਮਲੇ ਸਾਹਮਣੇ ਆਏ ਸੀ ਪਿਛਲੇ ਸਮੇਂ ਦੇ ਵਿੱਚ, ਮੀ ਟੂ ਜਿਹੜੀ ਮੂਵਮੈਂਟ ਸ਼ੁਰੂ ਹੋਈ ਸੀ, ਉਹ ਵੀ ਇੱਕ ਕਾਰਨ ਸੀਗਾ ਕਿ ਲੋਕਾਂ ਨੇ ਫਿਰ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਲੋਕ ਬਹੁਤਾ ਜ਼ਿਆਦਾ ਦੱਸਦੇ ਨਹੀਂ ਸੀ, ਗੱਲ ਨੂੰ ਲੁਕਾ ਲੈਂਦੇ ਸੀ। ਹੁਣ ਜਿਹੜੇ ਲੋਕ ਇਸ ਫੀਲਡ ਦੇ ਵਿੱਚ 20-25 ਸਾਲਾਂ ਦੇ ਕੰਮ ਕਰਦੇ ਆ ਉਹ ਦੱਸਦੇ ਆ ਕਿ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਜੋ ਕੁਝ ਦੇਖਿਆ ਉਹ ਪਹਿਲਾਂ ਨਹੀਂ ਦੇਖਿਆ। ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆ ਉਹ ਦੱਸਦੀ ਕਿ ਸੈਕਸੁਅਲ ਅਸੌਲਟ ਰੇਟ ਪਿਛਲੇ 5 ਸਾਲਾਂ ਦੇ ਵਿੱਚ ਵੱਧ ਰਿਹਾ ਔਰ ਲਗਾਤਾਰ ਵਧੀ ਜਾ ਰਿਹਾ ਆ। ਸੋ ਕਿਸੇ ਨਾਲ ਵੀ ਕੋਈ ਇੱਦਾਂ ਦੀ
ਗੱਲਬਾਤ ਵਾਪਰਦੀ ਹੈ ਪਹਿਲਾਂ ਤਾਂ ਖਿਆਲ ਰੱਖਿਆ ਜਾਵੇ, ਦੂਜਾ ਉਹਨੂੰ ਰਿਪੋਰਟ ਜ਼ਰੂਰ ਕੀਤਾ ਜਾਵੇ ਤਾਂ ਕਿ ਇੱਦਾਂ ਦੀ ਕੋਈ ਗੱਲਬਾਤ ਹੁੰਦੀ ਆ ਪੁਲਿਸ ਉਸ ਪਾਸੇ ਸੋਚਣਾ ਸ਼ੁਰੂ ਕਰੇ ਤੇ ਜਿਹੜੇ ਹੋਰ ਕੋਈ ਇਹਨਾਂ ਦਾ ਸ਼ਿਕਾਰ ਬਣਦਾ ਆ ਉਹਨਾਂ ਤੋਂ ਬਚਿਆ ਜਾ ਸਕੇ ਜਿਹੜੇ ਇਹ ਇਸ ਕਿਸਮ ਦੇ। ਔਰ ਦੂਜੇ ਇਹਦੇ ਨਾਲ ਅਲੱਗ-ਅਲੱਗ ਕੈਟਾਗਰੀਜ਼ ਬਣਾਈਆਂ ਇਹਨਾਂ ਨੇ ਕਿ ਸੈਕਸੁਅਲ ਅਸੌਲਟ ਦਾ ਮਤਲਬ ਕੀ ਆ। ਜਿਹੜਾ ਜ਼ਿਆਦਾ ਵਾਧਾ ਹੋਇਆ ਪਿਛਲੇ ਤੋਂ ਪਿਛਲੇ ਸਾਲ ਦੇ ਵਿੱਚ ਉਹ ਦੱਸਦੇ ਆ ਕਿ ਲੈਵਲ 1 ਸੈਕਸੁਅਲ ਅਸੌਲਟ ਦੇ ਵਿੱਚ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਲੈਵਲ 1 ਨੂੰ ਇਹ ਇੱਦਾਂ ਡਿਫਾਈਨ ਕਰਦੇ ਆ ਕਿ ਉਹ ਅਸੌਲਟ ਜਿਹੜਾ ਬੰਦੇ ਦੀ ਮਤਲਬ ਸੈਕਸੁਅਲ ਇੰਟੈਗ੍ਰਿਟੀ ਨੂੰ ਵਾਇਓਲੇਟ ਕਰੇ ਪਰ ਇਹਦੇ ਵਿੱਚ ਕੋਈ ਹਥਿਆਰ ਵੈਪਨ ਨਾ ਹੋਵੇ ਤੇ ਕੋਈ ਬੋਡੀਲੀ ਉਹਨੂੰ ਹਾਰਮ ਨਾ ਪਹੁੰਚਾਇਆ ਜਾਵੇ। ਸੋ ਬਹੁਤ ਸਾਰੇ ਜਿਹੜੇ ਸੈਕਸੁਅਲ ਅਸੌਲਟ ਦੇ ਕੇਸ ਨੇ ਲੈਵਲ 1 ਦੇ ਉੱਤੇ ਚਾਰਜ ਕੀਤੇ ਗਏ ਆ ਤੇ ਇਹ ਹੈਗਾ ਜਿਹੜਾ ਕਿ ਜਿਹੜੇ ਕਾਫੀ ਚਾਰਜਸ ਇੱਥੇ ਹੁੰਦੇ ਆ। ਅਲਬਰਟਾ RCMP ਵੀ ਇਸ ਮਾਮਲੇ ਵਿੱਚ ਦੱਸਦੀ ਹੈ ਕਿ ਜਿਹੜਾ ਲੈਵਲ 1 ਸੈਕਸੁਅਲ ਅਸੌਲਟ ਦਾ ਰੇਟ ਆ 34% ਵਧਿਆ 2020 ਤੋਂ 2021 ਦੇ ਵਿੱਚ ਇਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਤੇ ਜਿਹੜਾ ਇਹਦੇ ਵਿੱਚ ਚੇਂਜਸ ਆ ਰਹੀਆਂ ਪਰ ਇਹ ਵਾਪਰੀ ਘਟਨਾ ਉਹਨਾਂ ਨੂੰ ਗ੍ਰਿਫਤਾਰ ਕਰਨਾ ਤੇ ਜਿਹੜੇ ਪੁਲਿਸ ਆ ਵੀ ਕਹਿ ਰਹੀ ਆ ਕਿ ਤੁਹਾਨੂੰ ਇਹਨਾਂ ਨੰਬਰਾਂ ਦੇ ਉੱਤੇ ਦੱਸ ਦੇਣਾ ਚਾਹੀਦਾ ਜਾਂ ਘੱਟੋ ਘੱਟ ਜਿਹੜਾ ਆਪਣਾ ਜਿੱਥੇ ਤੱਕ ਹੋ ਸਕਦਾ ਬਚਾਅ ਰੱਖਣਾ ਚਾਹੀਦਾ। ਪਰ ਫਿਰ ਵੀ ਅੱਗੇ ਕਿਸੇ ਨਾਲ ਨਾ ਵਾਪਰੇ ਇਹ ਤੋਂ ਬਚਣ ਦੇ ਲਈ 1-800-222-8477 1-800-222-8477 ਜਿਹੜਾ ਕ੍ਰਾਈਮ ਸਟਾਪਰ ਦਾ ਨੰਬਰ ਆ ਉਹਨਾਂ ਨੂੰ ਤੁਸੀਂ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ ਤਾਂ ਕਿ ਪੁਲਿਸ ਇਸ ਪਾਸੇ ਹੋਰ ਜ਼ਿਆਦਾ ਕੰਮ ਕਰਨਾ ਸ਼ੁਰੂ ਕਰ ਸਕੇ। ਅਗਲੀ ਗੱਲਬਾਤ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਲੰਬਰ ਇੰਡਸਟਰੀ ਆ ਇਹਦੇ ਸੰਬੰਧ ਵਿੱਚ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੰਬਰ ਇੰਡਸਟਰੀ ਕਿਸੇ ਵੇਲੇ ਬਹੁਤ ਵੱਡੀ ਇੰਡਸਟਰੀ ਹੁੰਦੀ ਸੀ। ਮਿੱਲਾਂ ਜਿਹੜੀਆਂ ਇੱਥੇ ਲੰਬਰ ਮਿੱਲਾਂ ਹੁੰਦੀਆਂ ਸੀ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਚੱਲਦੀਆਂ ਸੀ, ਹੌਲੀ ਹੌਲੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ। ਇਹਨਾਂ ਲੰਬਰ ਮਿੱਲਾਂ ਦੇ ਵਿੱਚ ਮਤਲਬ ਕੰਮ ਕਰਨਾ ਕਿਸੇ ਵੇਲੇ ਬਹੁਤ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ। ਹਾਈਲੀ ਪੇਡ ਨੌਕਰੀਆਂ ਦੇ ਵਿੱਚੋਂ ਇੱਕ ਨੌਕਰੀ ਇਹ ਸੀ। ਹੌਲੀ ਹੌਲੀ ਇੰਡਸਟਰੀ ਪਿੱਛੇ ਨੂੰ ਜਾਣੀ ਸ਼ੁਰੂ ਹੋ ਗਈ। ਹੁਣ ਜਿਹੜਾ ਇੱਕ ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ ਆਇਆ ਉਹਨਾਂ ਨੇ ਇੱਕ ਖਾਸ ਤੌਰ ਦੇ ਉੱਤੇ ਬਾਏ ਅਮਰੀਕਨ ਦੀ ਜਿਹੜੀ ਟਰਮ ਯੂਜ਼ ਕੀਤੀ ਆ ਉਹ ਇਹ ਕਹਿੰਦੇ ਆ ਵੀ ਅਮਰੀਕਾ ਨੂੰ ਉੱਤੇ ਚੱਕਣਾ ਚਾਹੀਦਾ ਤੇ ਇੱਥੇ ਵਾਲੀਆਂ ਬਣੀਆਂ ਚੀਜ਼ਾਂ ਵੱਲ ਹੀ ਜ਼ੋਰ ਦਿਓ, ਇਹੀ ਚੀਜ਼ਾਂ ਖਰੀਦੋ, ਬਾਹਰ ਨਾ ਦੇਖੋ। ਹੁਣ ਕਿਹਾ ਤੇ ਅਮਰੀਕਾ ਨੇ ਆ, ਉਹਨਾਂ ਨੇ ਜਿਹੜੀ ਸਪੀਚ ਦਿੱਤੀ ਆ ਆਪਣੇ ਜੁਆਇੰਟ ਸੈਸ਼ਨ ਦੇ ਵਿੱਚ ਰਾਸ਼ਟਰਪਤੀ ਨੇ, ਪਰ ਇਹਦੀ ਚਿੰਤਾ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਹੋਣੀ ਸ਼ੁਰੂ ਹੋ ਗਈ ਆ ਵੀ ਇਹਦਾ ਸਾਡੇ ਉੱਤੇ ਅਸਰ ਕੀ ਪੈਣਾ। BC ਲੰਬਰ ਟ੍ਰੇਡ ਕੌਂਸਲ ਨੇ ਕਿਹਾ ਕਿ ਉਹ ਜਿਹੜੀ BC ਲੰਬਰ ਟ੍ਰੇਡ ਕੌਂਸਲ ਆ ਉਹ ਇਹ ਕਹਿੰਦੇ ਆ ਕਿ ਜੋ ਬਾਈਡਨ ਦਾ ਕਹਿਣਾ ਹੈ ਕਿ ਫੈਡਰਲ ਫੰਡ ਜਿਹੜੇ ਨੇ ਉਹਦੇ ਲਈ ਜਿਹੜੀ ਬਾਹਰ ਦੀ ਲੇਬਰ ਆ ਉਹਨੂੰ ਉਹ ਲਿਮਟਿਡ ਕਰਨਾ ਚਾਹੁੰਦੇ ਆ। ਇਹ ਇੱਕ ਹੁਣ ਇੱਥੇ ਚਿੰਤਾ ਵਾਲੀ ਗੱਲ ਆ। ਮਤਲਬ ਇਹ ਆ ਕਿ ਜੇ ਅਮਰੀਕਾ ਆਪਣੇ ਆਪ ਉੱਤੇ ਡਿਪੈਂਡੈਂਟ ਹੋ ਜਾਂਦਾ, ਬਾਹਰਲੀ ਲੱਕੜ ਦੇ ਨਾਲ ਬਹੁਤਾ ਹਿਸਾਬ ਕਿਤਾਬ ਲੈਣਾ ਦੇਣਾ ਨਹੀਂ ਰੱਖਦਾ, ਤਾਂ ਫਿਰ ਉਹਦਾ ਅਸਰ ਸਿੱਧਾ ਕੈਨੇਡਾ ਦੇ ਉੱਤੇ ਪੈਣਾ। ਜਿਹੜਾ 2 ਦਿਨ ਪਹਿਲਾਂ ਇਹਨਾਂ ਨੇ ਭਾਸ਼ਣ ਦਿੱਤਾ ਸੀ ਆਪਣਾ, ਉਹਦੇ ਵਿੱਚ ਇਹਨਾਂ ਨੇ ਜਿਹੜੀ ਰਾਸ਼ਟਰਪਤੀ ਜੋ ਬਾਈਡਨ ਨੇ ਗੱਲਬਾਤ ਇਹ ਕੀਤੀ ਹੈ। ਸਾਰਾ ਕੁਝ ਜੋ ਕੁਝ ਵੀ ਉਹ ਕਹਿੰਦੇ ਹੈਗਾ, ਚਾਹੇ ਤਾਂਬਾ, ਐਲੂਮੀਨੀਅਮ, ਲੱਕੜ ਆ ਤੇ ਸਾਰਾ ਕੁਝ ਡਰਾਈ ਵਾਲ ਆ, ਇਹਨੂੰ ਅਮਰੀਕਾ 'ਚ ਹੀ ਬਣਾਓ। ਤੇ ਇਹਦੇ ਜਿਹੜੀ ਲਿੰਡਾ ਕੋਡੀ ਇਹਦੀ ਪ੍ਰੈਜ਼ੀਡੈਂਟ ਆ ਕੌਂਸਲ ਦੀ, ਉਹਨੇ ਕਿਹਾ ਕਿ ਅਮਰੀਕਾ 2021 ਦੇ ਵਿੱਚ ਜਿਹੜਾ ਜਿੰਨੀ ਲੱਕੜ ਅਮਰੀਕਾ ਦੇ ਵਿੱਚ ਚਾਹੀਦੀ ਆ ਉਹਦਾ 70% ਦੇ ਕਰੀਬ ਅਮਰੀਕਾ ਪੈਦਾ ਕਰਦਾ ਹੈ ਤੇ ਬਾਕੀ ਇਹਨਾਂ ਨੂੰ ਕੈਨੇਡਾ ਤੋਂ ਮੰਗਵਾਉਣੀ ਪੈਂਦੀ ਆ। ਤੇ ਹੁਣ ਉਹ ਇਹ ਕਹਿ ਰਹੇ ਆ ਵੀ ਆਪਾਂ ਨੂੰ ਜਿਹੜਾ ਆਤਮ ਨਿਰਭਰ ਹੋਣਾ ਚਾਹੀਦਾ। ਜੇ ਉਹ ਆਤਮ ਨਿਰਭਰ ਹੁੰਦੇ ਤਾਂ ਜਿਹਦਾ ਸਿੱਧਾ ਮਤਲਬ ਆ ਵੀ ਜੇ ਉਹ ਹੁਣ 70% ਪੈਦਾ ਕਰਦੇ ਆ ਤਾਂ ਕੱਲ੍ਹ ਨੂੰ ਉਹ 100% ਪੈਦਾ ਕਰਨ ਲੱਗ ਪੈਣਗੇ, ਤਾਂ ਮਤਲਬ ਇਹ ਆ ਕੈਨੇਡਾ ਦੀ ਲੱਕੜ ਉੱਧਰਲੇ ਪਾਸੇ ਨਹੀਂ ਜਾਊਗੀ ਤੇ ਜਿਹਦਾ ਅਸਰ ਇੱਥੇ ਪਊਗਾ। ਜਿਹੜੀਆਂ ਪਹਿਲਾਂ ਜਿਹੜੀਆਂ ਡਿਊਟੀ ਲੱਗਦੀ ਸੀ ਲੰਬਰ ਦੇ ਉੱਤੇ ਉਹ ਵੀ ਬਹੁਤ ਲੰਬਾ ਸਮਾਂ ਉਹਦੇ 'ਤੇ ਵੀ ਵਿਵਾਦ ਹੁੰਦਾ ਰਿਹਾ ਆ। ਸੋ ਜਿਹੜੀ ਚਿੰਤਾਜਨਕ ਗੱਲ ਇਹ ਆ ਕਿ ਇਹਨੂੰ ਕਿੱਦਾਂ ਠੀਕ ਕੀਤਾ ਜਾਣਾ ਆ। ਸੋ ਦੋਵੇਂ ਪਾਸੇ ਕੰਮ ਕਰਨ ਵਾਲੇ ਜਿਹੜੇ ਲੋਕ ਨੇ, ਹੋਮ ਬਿਲਡਰ, ਉਹਨਾਂ ਦੀ ਜਿਹੜੀ ਲੋੜ ਕਿੱਦਾਂ ਪੂਰੀ ਹੋਣੀ ਆ ਤੇ ਇੱਥੇ ਕਿੱਦਾਂ ਪੂਰੀ ਹੋਣੀ ਆ, ਇਹ ਇੱਕ ਵੱਡੀ ਸਮੱਸਿਆ ਇਸ ਵੇਲੇ ਬਣੀ ਆ। ਕੈਨੇਡਾ US ਸਾਫਟਵੁੱਡ ਲੰਬਰ ਡਿਸਪਿਊਟ ਬੜਾ ਲੰਬਾ ਸਮਾਂ ਚੱਲਦਾ ਰਿਹਾ ਆ ਤੇ ਜਿਹੜਾ ਟ੍ਰੇਡ ਡਿਸਪਿਊਟਸ ਨੇ ਦੋਵਾਂ ਦੇਸ਼ਾਂ ਦੇ ਵਿੱਚ ਇਹਦਾ ਰੌਲਾ ਗੋਲਾ ਪੈਂਦਾ ਰਿਹਾ। ਕਨਫਲਿਕਟ ਅਸਲ ਦੇ ਵਿੱਚ 1980 ਦੇ ਨੇੜੇ ਤੇੜੇ ਸ਼ੁਰੂ ਹੋਇਆ ਸੀ ਤੇ ਉਹਦਾ ਅਸਰ ਹਜੇ ਤੱਕ ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਤੇ ਬਹੁਤ ਸਾਰੇ ਜਿਹੜੇ ਕੈਨੇਡੀਅਨ ਐਕਸਪੋਰਟਰ ਨੇ ਉਹਨਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਜਿਹੜਾ ਸਿੱਧੀਆਂ ਨੌਕਰੀਆਂ ਦਾ ਵੀ ਇਹਦੇ ਵਿੱਚ ਨੁਕਸਾਨ ਹੋਇਆ ਸੀ। ਜਿਹੜਾ ਇਸ ਤਰੀਕੇ ਦੇ ਨਾਲ ਇੱਕ ਵਾਰੀ ਲੰਬਰ ਇੰਡਸਟਰੀ ਦੇ ਉੱਤੇ, ਕੈਨੇਡੀਅਨ ਲੰਬਰ ਇੰਡਸਟਰੀ ਜਿਹੜੀ ਸਾਰੇ ਦੀ ਸਾਰੀ ਹਿੱਲ ਗਈ ਸੀਗੀ, ਇਹਦੇ ਨਾਲ ਜਿਹੜੀ ਕੈਨੇਡੀਅਨ ਲੰਬਰ ਇੰਡਸਟਰੀ ਆ ਇਹਨੂੰ ਅਨਫੇਅਰਲੀ ਸਬਸਿਡਾਈਜ਼ ਕੀਤਾ ਜਾਂਦਾ। ਫੈਡਰਲ ਸਰਕਾਰ ਵੀ ਕਰਦੀ ਆ, ਪ੍ਰੋਵਿੰਸ ਸਰਕਾਰ ਵੀ ਕਰਦੀ ਆ।
ਤੇ ਕਿਉਂਕਿ ਬਹੁਤੀ ਜਿਹੜੀ ਟਿੰਬਰ ਆ ਕੈਨੇਡਾ ਦੇ ਵਿੱਚ ਉਹ ਪ੍ਰੋਵਿੰਸ਼ੀਅਲ ਸਰਕਾਰ ਕੋਲ ਹੁੰਦੀ ਹੈ, ਸੂਬੇ ਦੀ ਹੁੰਦੀ ਹੈ। ਜਿਹੜਾ ਇਹਨੂੰ ਕੱਟਣ ਵੱਢਣ ਤੇ ਉਹਦੇ ਵਿੱਚ ਫਿਰ ਪ੍ਰਾਈਸ ਹੁੰਦਾ ਆ ਜਿਹੜੀ ਉਹ ਸਾਰਾ ਸੈੱਟ ਕੀਤਾ ਜਾਂਦਾ ਆ, ਨਾ ਕਿ ਜਿਹੜੀ ਕੰਪੀਟੀਟਿਵ ਮਾਰਕੀਟ ਪਲੇਸ ਦੇ ਤਹਿਤ, ਸਗੋਂ ਦੂਜੇ ਤਰੀਕੇ ਦੇ ਨਾਲ। ਅਮਰੀਕਾ ਦੇ ਵਿੱਚ ਹੁਣ ਕੀ ਆ, ਅਮਰੀਕਾ ਦੇ ਵਿੱਚ ਜਿੰਨੀ ਸੌਫਟਵੁੱਡ ਲੰਬਰ ਆ ਉਹ ਬਹੁਤ ਹੀ ਪ੍ਰਾਈਵੇਟਲੀ ਓਨ ਕੀਤੀ ਜਾਂਦੀ ਆ, ਉਹਦੇ ਪ੍ਰਾਈਵੇਟ ਮਾਲਕ ਨੇ। ਤੇ ਉਹ ਜਿਹੜਾ ਅਸਰ ਹੁੰਦਾ, ਜਿਹੜੀ ਪੋਲੀਟੀਕਲ ਲੌਬੀ ਆ ਉੱਥੇ ਅਮਰੀਕਾ ਦੇ ਵਿੱਚ, ਇਹ ਕਲੇਮ ਕੀਤਾ ਜਾਂਦਾ ਕਿ ਕੈਨੇਡੀਅਨ ਜਿਹੜੇ ਐਗਰੀਮੈਂਟਸ ਨੇ ਉਹ ਜ਼ਿਆਦਾ ਸਬਸਿਡੀ ਦਿੰਦੇ ਆ ਇੱਥੇ, ਇਹਨਾਂ ਨੂੰ ਮਤਲਬ ਅਨਫੇਅਰਲੀ ਸਬਸਿਡਾਈਜ਼ ਕੀਤਾ ਜਾਂਦਾ ਹੈ, ਤੇ ਜਿਹਦਾ ਸਿੱਧਾ ਉਧਰਲੇ ਪਾਸੇ ਅਸਰ ਪੈਂਦਾ ਆ। ਤੇ ਫਿਰ ਉਹਦੇ ਲਈ ਇਹਨਾਂ ਨੇ ਜਿਹੜਾ ਇਹ ਡਿਊਟੀ ਦਾ ਰੌਲਾ ਪਿਆ ਸੀ ਤੇ ਕਾਫੀ ਵੱਡਾ ਮੁੱਦਾ ਬਣਦਾ ਜਾ ਰਿਹਾ ਸੀ। ਇਹ ਲੰਬਾ ਸਮਾਂ ਰਿਹਾ ਵੀ ਆ। ਹੁਣ ਇਸ ਵੇਲੇ ਇਹਨਾਂ ਦਾ ਦੁਬਾਰਾ ਰਾਸ਼ਟਰਪਤੀ ਜੋ ਬਾਈਡਨ ਦਾ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਆ, ਉਹਦੇ 'ਚ ਥੋੜ੍ਹਾ ਜਿਹਾ ਉਹਨਾਂ ਨੇ ਸੁਰ ਇਹ ਰੱਖਿਆ ਵੀ ਸਾਨੂੰ ਅਮਰੀਕਾ ਨੂੰ ਆਪਣੇ ਆਪ ਦੇ ਉੱਤੇ ਹੋਣਾ ਚਾਹੀਦਾ ਦੁਬਾਰਾ। ਤੇ ਉਹਦੀ ਚਿੰਤਾ ਇੱਧਰ ਕੈਨੇਡਾ ਵਾਲੇ ਪਾਸੇ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਇਹਦਾ ਲੰਬੜ ਇੰਡਸਟਰੀ ਦੇ ਉੱਤੇ ਕੋਈ ਜਿਹੜਾ ਬਹੁਤਾ ਵੱਡਾ ਅਸਰ ਨਾ ਪਵੇ। ਅਗਲੀ ਗੱਲਬਾਤ ਦੋਸਤੋ ਜਿਹੜੀ ਕਰਨੀ ਆ ਉਹ ਕੈਲੋਨਾ ਦੀ ਇੱਕ ਔਰਤ ਦੀ ਆ। ਕਿਤਾਬਾਂ ਦੇ ਮਾਮਲੇ ਦੇ ਵਿੱਚ ਥੋੜ੍ਹਾ ਜਿਹਾ ਉਹਨੇ ਇੱਕ ਕੰਮ ਕੀਤਾ। ਇਸ ਕੰਮਕਾਰ ਦੇ ਵਿੱਚ ਕਿਤਾਬਾਂ, ਵੈਸਟ ਕਲੋਨਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਵੈਸਟ ਕਲੋਨਾ, ਉੱਥੇ ਰਹਿਣ ਵਾਲੀ ਇਹ ਔਰਤ ਆ, ਉਹ ਕਿਤਾਬਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਆ। ਹਾਲਾਂਕਿ ਗੱਲ ਬੜੀ ਅਜੀਬ ਲੱਗਦੀ ਹੈ। ਕੈਰਲ ਜੈਕਸਨ ਇਹਦਾ ਨਾਂ ਆ। ਉਹ ਕਹਿੰਦੀ ਮੈਂ ਲੋਕਲ ਰੀਸਾਈਕਲਿੰਗ ਡਿਪੂ ਦੇ ਉੱਤੇ ਗਈ ਸੀ 25 ਸਾਲ ਪਹਿਲਾਂ, ਜਿੱਥੇ ਆਪਾਂ ਸਾਰਾ ਕੂੜਾ ਕਰਕਟ ਸੁੱਟਦੇ ਹਾਂ, ਤੇ ਉੱਥੇ ਕਹਿੰਦੀ ਮੈਨੂੰ ਮਤਲਬ ਦੇਖ ਕੇ ਬਹੁਤ ਦੁੱਖ ਲੱਗਿਆ ਵੀ ਕਿਤਾਬਾਂ ਨੂੰ ਕ੍ਰਸ਼ ਕੀਤਾ ਜਾ ਰਿਹਾ ਸੀ ਉਹ ਕੰਪੈਕਟਰ ਦੇ ਨਾਲ, ਜਿਹਦੇ ਨਾਲ ਉਹ ਸਾਰਾ ਕੁਛ ਇਕੱਠਾ ਕਰ ਦਿੰਦੇ ਆ। ਤੇ ਬਸ ਉਹ ਕਹਿੰਦੀ ਵੀ ਮੈਨੂੰ ਉੱਥੇ ਹੀ ਗੱਲ ਲੱਗੀ ਤੇ ਮੈਂ ਉਹ ਤੋਂ ਬਾਅਦ ਫੈਸਲਾ ਕਰ ਲਿਆ ਵੀ ਮੈਂ ਕਿਤਾਬਾਂ ਬਚਾਉਣੀਆਂ। ਜਿਹੜੀਆਂ ਮਤਲਬ ਬਾਕੀ ਕਿਤਾਬਾਂ ਨੂੰ ਬਚਾਉਣ ਦੇ ਲਈ ਉਹਨੇ ਪਰਮਿਸ਼ਨ ਲਈ ਡਿਪੂ ਤੋਂ ਕਿ ਵੱਡਾ ਸ਼ੈੱਡ ਇੱਕ ਸੈਂਟਰ ਦੇ ਵਿੱਚ, ਤੇ ਫਿਰ ਉਹਨੂੰ ਡਿਸਕਾਰਡਡ ਕਿਤਾਬਾਂ ਦੇ ਨਾਲ ਭਰ ਕੇ ਤੇ ਉਹਨਾਂ ਨੂੰ ਜਿਹੜੇ ਉੱਥੇ ਆ ਰਹੇ ਆ ਉਸ ਤਰੀਕੇ ਦੇ ਨਾਲ ਕਰਨ ਦੇ ਲਈ, ਤੇ ਉਹਦੀ ਕਲੈਕਸ਼ਨ ਹੌਲੀ ਹੌਲੀ ਵੱਧਦੀ ਗਈ ਤੇ ਉਹ ਇੰਨੀ ਵੱਧ ਗਈ ਕਿ ਉਹਨੂੰ ਚੱਕ ਕੇ ਆਪਣੇ ਗਰਾਜ ਦੇ ਵਿੱਚ ਮੂਵ ਕਰਨਾ ਪਿਆ। ਉਹ ਕਹਿੰਦੇ ਕਿੰਨਾ ਇਹਦੇ ਵਿੱਚ ਵੀ ਆਨੰਦ ਆਉਂਦਾ ਆ ਇਸ ਕੰਮ ਦੇ ਵਿੱਚ, ਤੇ ਲੋਕ ਜਦੋਂ ਆਉਂਦੇ ਆ ਡਰਾਈਵੇ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਤੇ ਫਿਰ ਉੱਥੋਂ ਕਿਤਾਬਾਂ ਲੈ ਕੇ ਜਾਂਦੇ। ਉਹ ਕਹਿੰਦੀ ਮੇਰਾ ਲਾਈਫ ਸਟਾਈਲ ਬਣ ਗਿਆ, ਜੀਵਨ ਦਾ ਇੱਕ ਮਤਲਬ ਬਹੁਤ ਆਨੰਦ ਦੇਣ ਵਾਲੀ ਚੀਜ਼ ਬਣ ਗਈ ਇਹ। ਔਰ ਆਪਣੇ ਆਪ ਦੇ ਵਿੱਚ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਔਰਤ ਉੱਥੇ ਜਾ ਕੇ ਦੇਖਦੀ ਹੈ ਕਿਤਾਬਾਂ ਮਤਲਬ ਉਹਨੂੰ ਕੰਪੈਕਟ ਕੀਤੀਆਂ ਜਾ ਰਹੀਆਂ, ਤੇ ਉਹ ਉੱਥੇ ਦਿਨ ਤੋਂ ਇਹਨਾਂ ਨੂੰ ਬਚਾਉਣਾ ਸ਼ੁਰੂ ਕਰ ਦਿੰਦੀ ਹੈ। ਉਹਦਾ ਗਰਾਜ ਜਿਹੜਾ ਆ ਪੂਰਾ ਮਤਲਬ ਜਿਹੜੀਆਂ ਯੂਜ਼ਡ ਕਿਤਾਬਾਂ ਦੇ ਸਟੋਰ ਵਰਗਾ ਬਣ ਗਿਆ। ਬੁੱਕ ਸ਼ੈਲਫਸ ਉੱਥੇ, ਕ੍ਰੇਟ ਲਾਈਨ ਕੰਧਾਂ ਦੇ ਉੱਤੇ, ਆਇਲ ਦੇ ਵਿੱਚ, ਮਿਡਲ ਦੇ ਵਿੱਚ, ਤੇ ਸਾਰਾ ਕੁਛ ਕਿਤਾਬਾਂ ਉਹਨੇ ਮਤਲਬ ਉਹਨਾਂ ਨੂੰ ਔਰਗੇਨਾਈਜ਼ ਕੀਤਾ ਜੌਨਰ ਦੇ ਹਿਸਾਬ ਨਾਲ, ਔਥਰ ਦੇ ਹਿਸਾਬ ਨਾਲ, ਜਾਂ ਕਿਹੜੇ ਸਾਲ ਆ ਉਹਦੇ ਹਿਸਾਬ ਨਾਲ। ਉਹਨੇ ਜਿਹੜੀ ਕਾਲ ਦਿੱਤੀ ਅਡੋਪਟ ਅ ਬੁੱਕ ਪ੍ਰੋਗਰਾਮ। ਇਹਦਾ ਮਤਲਬ ਇਹ ਆ ਕਿ ਉਹਨੇ ਜਿਹੜੇ ਕਈ ਹਜ਼ਾਰਾਂ ਕਈ ਮਤਲਬ ਕਿਤਾਬਾਂ ਜਿਹੜੀਆਂ ਸਿੱਖੀਆਂ ਦਿੱਤੀਆਂ ਉਹਨੇ, ਤੇ ਜਿਹਦੇ ਵਿੱਚ ਮਤਲਬ ਬਹੁਤ ਪੁਰਾਣੀਆਂ ਕਿਤਾਬਾਂ ਵੀ ਉਹਦੇ ਵਿੱਚ ਸ਼ਾਮਲ ਸੀਗੀਆਂ। ਇੱਕ ਕਿਤਾਬ ਉਹਦੇ ਕੋਲ 1882 ਦੀ ਸੀਗੀ, ਤੇ ਜਦੋਂ ਉਹਨੇ ਦੇਖਿਆ ਤੇ ਇਹ ਮਤਲਬ ਇੱਕ ਪੋਇਟਰੀ ਦੀ ਕਿਤਾਬ 1882 ਦੀ, ਤੇ ਮਤਲਬ ਉਹ ਦੇਖ ਸਕਦੇ ਹੋ। ਕਹਿੰਦੇ ਵੀ ਪੇਜ ਕਿੰਨੇ ਡਿਫਰੈਂਟ ਆ, ਉਹਦੇ ਲੈਟਰਸ ਕਿੰਨੇ ਡਿਫਰੈਂਟ ਸੀਗੇ ਉੱਥੇ, ਉਸ ਵੇਲੇ ਦਾ ਟਾਈਪ ਸੈੱਟ ਕਿੰਨਾ ਡਿਫਰੈਂਟ ਸੀਗਾ, ਤੇ ਦੁਬਾਰਾ ਤੁਹਾਨੂੰ ਉਹ ਕਹਿੰਦੀ ਵੀ 100 ਸਾਲ ਪਿੱਛੇ ਉਹ ਸਮਾਂ ਲੈ ਕੇ ਚਲਿਆ ਜਾਂਦਾ ਆ। ਉਹਦੀ ਕਲੈਕਸ਼ਨ ਤੇ ਹੋਰ ਸਾਰਾ ਕੁਝ ਜਿਹੜਾ ਆ ਕਈ ਸਾਲਾਂ ਤੱਕ ਐਸੇ ਤਰੀਕੇ ਦੇ ਨਾਲ ਚੱਲਦਾ ਰਿਹਾ। ਬਹੁਤ ਸਾਰੇ ਲੋਕ ਆ ਜਿਹੜੇ ਉਹਦੇ ਕੋਲ ਆਉਂਦੇ ਆ, ਉਹਦੇ ਨਾਲ ਗੱਲਬਾਤ ਕਰਦੇ ਆ, ਇੰਟਰੈਕਟ ਕਰਦੇ ਆ, ਤੇ ਹੋਰ ਕਲੋਨਾ ਦੇ ਰਹਿਣ ਵਾਲੇ ਹੋਰ ਵੀ ਲੋਕ ਆ ਜਿਹੜੇ ਉਹ ਕਹਿੰਦੇ ਵੀ ਅਸੀਂ ਸੁਣਿਆ ਜੈਕਸਨ ਦੇ ਇਸ ਗਰਾਜ ਬਾਰੇ ਆਪਣੇ ਕੁਲੀਗਸ ਕੋਲੋਂ। ਫਿਰ ਉਹਦੇ ਕੋਲ ਗਏ ਆ ਪਿਛਲੇ ਸਮਰ ਦੇ ਵਿੱਚ, ਫਿਰ ਜਿਹੜੀ ਉਹਨੂੰ ਜਿਹੜਾ ਬੁੱਕ ਰੈਂਟ ਕੀਤੀ ਆ ਉੱਥੋਂ। ਸੋ ਇਹ ਵੀ ਇੱਕ ਤਰੀਕਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਲੋਕ ਆਪਣੇ ਜੀਵਨ ਦੇ ਵਿੱਚ ਉਹਨਾਂ ਦੀ ਤਬਦੀਲੀ ਆਉਂਦੀ ਆ, ਤੇ ਕਿਸ ਤਰੀਕੇ ਦੇ ਨਾਲ ਉਹ ਫਿਰ ਇਹਨੂੰ ਲਗਾਤਾਰ ਚੱਲਦਾ ਰੱਖਦੇ ਆ, ਤੇ ਉਹ ਕਿੱਦਾਂ ਗੱਲ ਜਿਹੜੀ ਇੱਕ ਦੂਜੇ ਤੋਂ ਅੱਗੇ ਟਰੈਵਲ ਕਰਦੀ ਕਰਦੀ ਅੱਗੇ ਵੱਧਦੀ ਜਾਂਦੀ ਆ। ਤੇ ਕਿਤਾਬਾਂ ਜਿਹੜੀਆਂ ਹੈਗੀਆਂ ਗਰਾਜ ਦੇ ਵਿੱਚ ਉਹਨਾਂ ਨੂੰ ਮਤਲਬ ਰੱਖ ਕੇ ਲੋਕ ਰੈਂਟ ਕਰਦੇ ਆ, ਮਿਲਦੇ ਆ, ਆਉਂਦੇ ਆ। ਤੇ ਇਹ ਇੱਕ ਬਹੁਤ ਚੰਗੀ ਗੱਲਬਾਤ ਜਿਹੜੀ ਅੱਜ ਲਗਭਗ ਬਹੁਤ ਸਾਰੀਆਂ ਅਖਬਾਰਾਂ ਨੇ ਇਹਦੀ ਸਟੋਰੀ ਨੂੰ ਸਾਂਝਾ ਕੀਤਾ। ਵਾਪਸ ਫਿਰ ਗੱਲਬਾਤ ਅਲਬਰਟਾ ਵੱਲ ਲੈ ਕੇ ਜਾਂਦੇ ਹਾਂ। ਅਲਬਰਟਾ ਦੇ ਵਿੱਚ ਐਂਟੀਬਾਇਓਟਿਕ ਸ਼ਾਰਟ ਨੇ ਇਸ ਵੇਲੇ। ਬੱਚਿਆਂ ਦੇ ਬੁਖਾਰ ਦੀਆਂ ਦਵਾਈਆਂ ਕਾਫੀ ਸਮਾਂ ਸ਼ਾਰਟ ਰਹੀਆਂ ਪੂਰੇ ਕੈਨੇਡਾ ਦੇ ਵਿੱਚ। ਜਿਹੜੀ ਟਾਈਲਨੋਲ ਤੇ ਐਡਵਿਲ ਆ ਉਹ ਨਹੀਂ ਮਿਲਦੀ ਸੀ, ਅਜੇ ਵੀ ਨਹੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਿਲ ਰਹੀ। ਐਂਟੀਬਾਇਓਟਿਕਸ ਹੁਣ ਸ਼ਾਰਟ ਨੇ।
ਐਂਟੀਬਾਇਓਟਿਕਸ ਜਿਹੜੀਆਂ ਆਮ ਤੌਰ ਦੇ ਉੱਤੇ ਬੈਕਟੀਰੀਆ ਨੂੰ ਠੀਕ ਕਰਨ ਦੇ ਲਈ ਵਰਤੀਆਂ ਜਾਂਦੀਆਂ ਤੇ ਮਾਪੇ ਬੱਚਿਆਂ ਦੀਆਂ ਜਿਹੜੀਆਂ ਐਂਟੀਬਾਇਓਟਿਕਸ ਨੇ ਖਾਸ ਤੌਰ ਤੇ ਉਹਦੇ ਲਈ ਚਿੰਤਤ ਨੇ। 8 ਇਹ ਡਰੱਗ ਬਣਾਉਣ ਵਾਲੀਆਂ ਕੰਪਨੀਆਂ ਦੱਸ ਰਹੀਆਂ ਕਿ ਸ਼ਾਰਟੇਜ ਆ। ਅਮੋਕਸੀਸਿਲਿਨ ਇੱਕ ਕੋਈ ਦਵਾਈ ਦੱਸਦੇ ਆ ਜਿਹੜੀ ਐਂਟੀਬਾਇਓਟਿਕ ਆ, ਉਹਦੀ ਡਿਮਾਂਡ ਬਹੁਤ ਜ਼ਿਆਦਾ ਆ, ਮੈਨੂਫੈਕਚਰਿੰਗ ਦੇ ਵਿੱਚ ਰੁਕਾਵਟ ਪੈ ਗਈ ਸੀ। ਸੋ ਮੈਨੂਫੈਕਚਰਿੰਗ ਡਿਸਟਰਪਸ਼ਨ ਤੇ ਡਿਮਾਂਡ ਦੇ ਵਾਧੇ ਦੇ ਕਾਰਨ ਇਹਦੀ ਸ਼ਾਰਟੇਜ ਹੋ ਗਈ। ਅਮੋਕਸੀਸਿਲਿਨ ਆਮ ਤੌਰ ਦੇ ਉੱਤੇ ਕਹਿੰਦੇ ਯੂਜ਼ ਕੀਤੀ ਜਾਂਦੀ ਹੈ ਕਈ ਤਰ੍ਹਾਂ ਦੀਆਂ ਕੰਡੀਸ਼ਨ ਨੂੰ ਟਰੀਟ ਕਰਨ ਦੇ ਲਈ, ਜਿਹਦੇ ਵਿੱਚ ਕੰਨਾਂ ਦੀ ਇਨਫੈਕਸ਼ਨ ਹੋਵੇ, ਗਲੇ ਦੀ ਇਨਫੈਕਸ਼ਨ ਹੋਵੇ ਜਾਂ ਨਮੂਨੀਆ ਹੋਵੇ, ਉਹਨੂੰ ਟਰੀਟ ਕੀਤਾ ਜਾਂਦਾ ਆ। ਬੜਾ ਔਖਾ ਆ ਇਸ ਵੇਲੇ ਪੇਰੈਂਟਸ ਦੇ ਲਈ, ਉਹ ਚਿੰਤਾ ਦੇ ਵਿੱਚ ਨੇ। ਫਾਰਮੇਸੀ ਦੇ ਉੱਤੋਂ ਇਹ ਦਵਾਈਆਂ ਮਿਲ ਨਹੀਂ ਰਹੀਆਂ। ਕੈਲਗਰੀ ਦੇ ਫਾਰਮਾਸਿਸਟ ਵੀ ਇਸ ਗੱਲਬਾਤ ਨੂੰ ਕਹਿ ਰਹੇ ਆ ਕਿ ਅਸੀਂ ਕੀ ਕਰੀਏ, ਕਿੱਥੋਂ ਇਹ ਦਵਾਈ ਲੈ ਕੇ ਆਈਏ। ਜਿਹੜੀਆਂ ਕੰਪਾਊਂਡਿੰਗ ਫਾਰਮੇਸੀਜ਼ ਨੇ ਜਿੱਥੇ ਕਿ ਤੁਹਾਨੂੰ ਅਮੋਕਸੀਸਿਲਿਨ ਸਸਪੈਂਸ਼ਨ ਬੱਚਿਆਂ ਦੀ ਬਣਾਉਣੀ ਪੈਂਦੀ ਆ, ਉਹ ਸਟਾਕ ਦੇ ਵਿੱਚ ਹੈ ਨਹੀਂ। ਤੇ ਜਿਹੜੀਆਂ ਸ਼ੈਲਫਸ ਹੈਗੀਆਂ ਉਹ ਤਾਂ ਪਹਿਲਾਂ ਹੀ ਖਾਲੀ ਸੀਗੀਆਂ ਆਹ 2020 ਦੇ ਵਿੱਚ ਟਾਈਨੋਲ ਤੇ ਐਡਵਿਲ ਦੇ ਲਈ। ਤੇ ਹੁਣ ਜਿਹੜੀ ਇੱਕ ਮਤਲਬ ਉਹਨਾਂ ਨੂੰ ਵੀ ਅਮੋਕਸੀਸਿਲਿਨ ਆ ਉਹ ਸਮੇਂ ਦੇ ਉੱਤੇ ਆਰਡਰ ਕਰਨੀ ਪੈਂਦੀ ਆ। ਉਹ ਕਹਿੰਦੇ ਅੱਜ ਮੈਂ ਆਰਡਰ ਕੀਤੀਆਂ 4 ਬੋਤਲਾਂ, ਜਿਹੜੀ ਕਿ ਬਹੁਤ ਜ਼ਿਆਦਾ ਅਮਾਊਂਟ ਨਹੀਂ ਆ। ਤੇ ਇਹ ਜਿਹੜਾ ਸਮਾਂ ਆ ਇਸ ਤਰ੍ਹਾਂ ਦਾ, ਹੈਲਥ ਕੈਨੇਡਾ ਨੇ ਕਿਹਾ ਸੀ ਕਿ ਜਿਹੜੀ ਓਰਲ ਸਸਪੈਂਸ਼ਨ ਆ ਅਮੋਕਸੀਸਿਲਿਨ ਦੀ ਟਾਇਰ 3 ਸ਼ਾਰਟੇਜ ਦੇ ਵਿੱਚ ਰੱਖਿਆ ਇਹਨਾਂ ਨੇ ਨਵੰਬਰ ਦੇ ਵਿੱਚ, ਕਿ ਜਿਹੜੇ ਲੇਬਲ ਆ ਰਿਜ਼ਰਵ ਦਾ ਸ਼ਾਰਟੇਜ ਦੇ ਲਈ, ਤੇ ਇਹਨੂੰ ਇੰਪੈਕਟ ਜਿਹੜਾ ਪੂਰੇ ਦੇਸ਼ ਦੇ ਵਿੱਚ ਹੀ ਹੋਇਆ ਆ। ਹੁਣ ਟਰੀਟਮੈਂਟ ਦੇ ਵਿੱਚ ਕੁਦਰਤੀ ਤੌਰ 'ਤੇ ਇਹਦੇ ਨਾਲ ਡਿਫੀਕਲਟੀ ਆ ਰਹੀ ਹੈ। ਅਮੋਕਸੀਸਿਲਿਨ ਇੱਕ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ ਆ, ਕਈ ਤਰ੍ਹਾਂ ਦੇ ਬੈਕਟੀਰੀਆ ਨੂੰ ਇਹ ਟਰੀਟ ਕਰਨ ਦੇ ਲਈ ਬੱਚਿਆਂ ਦੇ ਵਿੱਚ ਇਨਫੈਕਸ਼ਨ ਦੇ ਲਈ ਵਰਤੀ ਜਾਂਦੀ ਆ। ਤੇ ਹੁਣ ਇਹਦੀ ਸਮੱਸਿਆ ਇੱਥੇ ਆ ਰਹੀ ਦੱਸੀ ਜਾ ਰਹੀ ਆ। ਐਡਮਿੰਟਨ ਦੇ ਵਿੱਚ ਬਹੁਤ ਸਾਰੇ ਪੈਡੀਆਟ੍ਰੀਸ਼ੀਅਨ ਇਸ ਗੱਲ ਤੋਂ ਚਿੰਤਤ ਨੇ ਵੀ ਬੱਚਿਆਂ ਦੀ ਦਵਾਈ ਨਹੀਂ ਮਿਲ ਰਹੀ। ਲੋਕ ਸਟਰਗਲ ਕਰ ਰਹੇ ਆ, ਸਰਕਾਰ ਤੋਂ ਮੰਗ ਕਰ ਰਹੇ ਆ, ਕੋਈ ਨਾ ਕੋਈ ਚੱਕਰ ਜ਼ਰੂਰ ਪੈਂਦਾ। ਅਲਬਰਟਾ ਨੇ ਸਿੱਧੀਆਂ ਦਵਾਈਆਂ ਵੀ ਆਰਡਰ ਕੀਤੀਆਂ ਸੀ ਪਿੱਛੇ ਜੇ, ਆਪਣੀਆਂ ਜਿਹੜੀਆਂ ਟਾਈਲਨੋਲ ਤੇ ਐਡਵਿਲ ਸੀਗੀ, ਉਹ ਇਹਨਾਂ ਦੇ ਅਸੀਟਾਮਿਨੋਫਿਨ ਬੇਸਿਕਲੀ ਉਹ ਇਹਨਾਂ ਦੇ ਕੋਲ ਆ ਗਈ ਸੀ। ਫਿਰ ਲੇਬਲਿੰਗ ਦਾ ਚੱਕਰ ਵੀ ਪਿਆ ਵਿੱਚ ਜਾਏ ਕਿ ਜੀ ਜਿਹੜੀ ਮੰਨ ਲਓ ਅਮਰੀਕਾ ਤੋਂ ਕਿਤੇ ਮੰਗਾਉਣੀ ਹੈ ਇਹ ਦਵਾਈ, ਉਹਨਾਂ ਦੇ ਕੋਲ ਪਈ ਆ। ਕੈਨੇਡਾ ਦੇ ਵਿੱਚ ਇਹ ਅਸੂਲ ਆ ਕਿ ਜਿਹੜਾ ਦਵਾਈ ਆ ਉਹਦਾ ਬਾਹਰਲਾ ਡੱਬਾ ਆ ਗੱਤੇ ਦਾ, ਉਹਦੇ ਇੱਕ ਪਾਸੇ ਫਰੈਂਚ 'ਚ ਲਿਖਿਆ ਹੁੰਦਾ, ਦੂਜੇ ਪਾਸੇ ਅੰਗਰੇਜ਼ੀ 'ਚ ਲਿਖਿਆ ਹੁੰਦਾ ਵੀ ਇਹਦੇ 'ਚ ਫਰੈਂਚ 'ਚ ਨਹੀਂ ਲਿਖਿਆ ਜਾਂਦਾ ਤੇ ਅੰਗਰੇਜ਼ੀ ਵਾਲੀਆਂ ਅਮਰੀਕਾ ਦੇ ਵਿੱਚ ਆ। ਫਿਰ ਉਹਨੂੰ ਨਿਯਮ ਨੂੰ ਚੇਂਜ ਕਰਕੇ ਇਹ ਮੰਗਾ ਲਈਆਂ ਸੀ। ਪਰ ਇਸ ਵੇਲੇ ਹੁਣ ਇਹ ਕਾਫੀ ਵੱਡੀ ਸਮੱਸਿਆ ਅਲਬਰਟਾ ਦੇ ਵਿੱਚ ਆ ਰਹੀ ਆ ਕਿ ਐਂਟੀਬਾਇਓਟਿਕਸ ਬੱਚਿਆਂ ਦੀਆਂ ਜਿਹੜੇ ਸਸਪੈਂਸ਼ਨ ਨੇ ਉਹ ਨਹੀਂ ਮਿਲ ਰਿਹਾ। ਇਕੱਲਾ ਅਮੋਕਸੀਸਿਲਿਨ ਹੀ ਨਹੀਂ, ਜਿਹੜੀ ਉਹਨਾਂ ਦੀ ਵੈਬਸਾਈਟ ਜਦੋਂ ਤੁਸੀਂ ਦੇਖਦੇ ਆ ਹੈਲਥ ਕੈਨੇਡਾ ਦੀ, ਉੱਥੇ ਸੈਫਪ੍ਰੋਜ਼ਿਲ ਇੱਕ ਦਵਾਈ ਦੱਸਦੇ ਆ, ਸੈਫੋਗਰੀਜ਼ੀਮ ਦੇ ਨਾਲ ਸੈਫਲੈਕਸਨ, ਐਰੀਥਰੋਮਾਈਸਿਨ ਤੇ ਕਲੈਥਰੋਮਾਈਸਿਨ ਵੀ ਦੱਸੀ ਜਾ ਰਹੀ ਆ ਕਿ ਸ਼ਾਰਟੇਜ ਦੇ ਵਿੱਚ ਹੈ। ਇਹਦਾ ਹੱਲ ਕਰਨ ਦੀ ਕੋਈ ਨਾ ਕੋਈ ਮੰਗ ਲੋਕ ਕਰ ਰਹੇ ਆ। ਅਗਲੀ ਗੱਲਬਾਤ, ਇੱਕ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੇ ਫੈਡਰਲ ਸਰਕਾਰ ਨੂੰ ਕਿਹਾ ਆ ਕਿ ਜਿਹੜੀ ਅਥੋਰਿਟੇਰੀਅਨ ਸਟੇਟ ਬ੍ਰੌਡਕਾਸਟਿੰਗ ਆ, ਜਿਹਦੇ ਵਿੱਚ ਚੀਨ ਦਾ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ ਆ, ਇਹਨੂੰ ਕੈਨੇਡਾ ਦੇ ਵਿੱਚ ਬੈਨ ਕਰੋ। ਕਿਉਂਕਿ ਜਿਹੜਾ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ ਆ ਇਹ ਚੀਨ ਦਾ ਸਿੱਧਾ ਅਥੋਰਿਟੇਰੀਅਨ ਸਟੇਟ ਕੰਟਰੋਲਡ ਬ੍ਰੌਡਕਾਸਟਰ ਆ, ਤੇ ਇਹ ਹਜੇ ਵੀ ਇੱਥੇ ਚੱਲ ਰਿਹਾ ਹੈ ਤੇ ਡਿਸਇਨਫੋਰਮੇਸ਼ਨ ਫੈਲਾ ਰਿਹਾ, ਗਲਤ ਜਾਣਕਾਰੀ ਲੋਕਾਂ ਦੇ ਵਿੱਚ ਫੈਲਾ ਰਿਹਾ, ਪ੍ਰੋਪੋਗੰਡਾ ਕਰ ਰਿਹਾ, ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ। ਵੀ ਇਹਨੂੰ ਬੰਦ ਕਿਉਂ ਨਹੀਂ ਕਰਦੇ? ਮਾਈਕਲ ਚੌਂਗ ਕੰਜ਼ਰਵੇਟਿਵ ਪਾਰਟੀ ਦੇ ਫੋਰਨ ਅਫੇਅਰ ਕ੍ਰਿਟਿਕ ਨੇ, ਜਿਹੜੀ ਪਾਰਲੀਮੈਂਟਰੀ ਕਮੇਟੀ ਦੀ ਹੀਅਰਿੰਗ ਸੀਗੀ ਸੋਮਵਾਰ ਰਾਤ ਨੂੰ, ਉਹਦੇ ਵਿੱਚ ਉਹਨਾਂ ਨੇ ਇਹ ਸਪੀਚ ਦਿੱਤੀ ਸੀ ਜਿਹਦੀ ਹੁਣ ਚਰਚਾ ਹੋ ਰਹੀ ਹੈ। ਟੋਰਾਂਟੋ ਸਟਾਰ ਨੇ ਇਹ ਖਬਰ ਦਿੱਤੀ ਆ, ਤੇ ਜਿਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੇਫਗਾਰਡ ਡਿਫੈਂਡਰਸ ਨੇ ਉਹ ਇਸ ਗੱਲ ਦੇ ਉੱਤੇ ਕਹਿ ਰਹੇ ਆ ਕਿ ਸਾਨੂੰ ਜਿਹੜਾ CRTC ਹੈ, ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਕਮਿਸ਼ਨ ਮਾਫੀ ਚਾਹੁੰਦੇ ਆ, CRTC ਨੂੰ ਕਿਹਾ ਸੀ ਕਿ ਜਿਹੜੇ ਚੀਨ ਦਾ ਗਲੋਬਲ ਟੈਲੀਵਿਜ਼ਨ ਨੈਟਵਰਕ ਆ ਤੇ ਚਾਈਨਾ ਸੈਂਟਰਲ ਟੈਲੀਵਿਜ਼ਨ ਦੀਆਂ ਜਿਹੜੀਆਂ ਕੰਪਲੇਂਟਸ ਨੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਹੱਲ ਕੀਤਾ ਜਾਵੇ, ਤੇ ਪਰ ਇਹਦੇ ਉੱਤੇ ਕੁਝ ਵੀ ਅਜੇ ਤੱਕ ਕੀਤਾ ਨਹੀਂ ਗਿਆ। ਜਿਹੜੀ ਕਮੇਟੀ ਹੀਅਰਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੀਚੀਨੋ ਨੂੰ ਕਿ ਫੈਡਰਲ ਸਰਕਾਰ ਇਹਦੇ ਉੱਤੇ ਆਰਡਰ ਇਸ਼ੂ ਕਰਕੇ ਬ੍ਰੌਡਕਾਸਟਿੰਗ ਐਕਟ ਦੇ ਤਹਿਤ ਇਹਨੂੰ ਬੰਦ ਕਿਉਂ ਨਹੀਂ ਕਰਦੀ। ਜਿਹੜੇ ਮੈਂਡੀਚੀਨੋ ਨੇ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜਾ ਉਹਨਾਂ ਦਾ ਕੰਸਰਨ ਆ ਇਹਨੂੰ ਉਹ ਸ਼ੇਅਰ ਕਰ ਰਹੇ ਆ ਅੱਗੇ, ਕਿ ਜੇ ਦੇਖਣਾ ਹੋਊਗਾ ਕਿ ਕੀ ਉਹ ਕੋਈ ਸੱਚੀ ਡਿਸਇਨਫੋਰਮੇਸ਼ਨ ਜਿਹੜੇ ਇਹ ਚੀਨ ਦੇ TV ਨੇ ਇੱਥੇ ਸ਼ੇਅਰ ਕਰ ਰਹੇ ਆ ਜਾਂ ਨਹੀਂ ਕਰ ਰਹੇ।
ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੇ ਇਹ ਵੀ ਗੱਲ ਪੁਆਇੰਟ ਆਊਟ ਕੀਤੀ ਕਿ ਸਰਕਾਰ ਨੇ CRTC ਨੂੰ ਪੁੱਛਿਆ ਸੀ ਰਿਵਿਊ ਕਰਨ ਦੇ ਲਈ ਲਾਇਸੈਂਸ ਦਾ ਇਹਨਾਂ ਦਾ ਜਿਹੜਾ ਸਟੇਟ ਕੰਟਰੋਲਡ ਰਸ਼ੀਅਨ ਟੈਲੀਵਿਜ਼ਨ ਨੈਟਵਰਕ RT ਆ ਕੁਝ ਸਾਲ ਪਹਿਲਾਂ, ਤੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਰਸ਼ੀਅਨ ਟੂਡੇ ਜਿਹਨੂੰ ਕਹਿੰਦੇ ਸੀ RT ਸੀਗਾ ਉਹਨਾਂ ਨੂੰ ਲਿਸਟ ਦੇ ਵਿੱਚੋਂ ਹਟਾ ਦਿੱਤਾ ਸੀ। ਤੇ ਹੁਣ ਉਹ ਕਹਿੰਦੇ ਅਸੀਂ ਕਹਿ ਰਹੇ ਹਾਂ ਵੀ ਇਹਦੇ ਉੱਤੇ ਵੀ ਸੋਚਿਆ ਜਾਵੇ, ਇਹਦੇ ਉੱਤੇ ਵਿਚਾਰ ਕੀਤਾ ਜਾਵੇ ਕਿ ਅਸਲ ਦੇ ਵਿੱਚ ਕੀ ਹੋ ਰਿਹਾ। ਚੀਨ ਬਹੁਤ ਮਤਲਬ ਚੀਨ ਦੇ ਉੱਤੇ ਸਾਰੀ ਦੁਨੀਆ ਇਲਜ਼ਾਮ ਲਾ ਰਹੀ ਵੀ ਇਹ ਕੁਛ ਨਾ ਕੁਛ ਗੜਬੜ ਕਰ ਰਹੇ ਆ। ਥੋੜ੍ਹਾ ਦਿਨ ਪਹਿਲਾਂ ਇਹਨਾਂ ਦਾ ਇੱਕ ਬਲੂਨ ਉੱਡਦਾ ਇੱਧਰ ਆ ਗਿਆ, ਇਹ ਕਹਿੰਦੇ ਸਾਡਾ ਵਾਤਾਵਰਨ ਵਾਲਾ ਬਲੂਨ ਸੀ, ਤੇ ਹੁਣ ਪਤਾ ਇਹ ਲੱਗਿਆ ਵੀ ਉਹ ਇਕੱਲਾ ਵਾਤਾਵਰਨ ਵਾਲਾ ਹੀ ਨਹੀਂ ਸੀ, ਉਹ ਇਕੱਲਾ ਇਹਦੀ ਅਮਰੀਕਾ ਦੀ ਸੂਹ ਲੈਣ ਹੀ ਨਹੀਂ ਸੀ ਆਇਆ, ਸਗੋਂ ਕੈਨੇਡਾ ਦੀ ਵੀ ਸੂਹ ਲੈਣ ਆਇਆ ਸੀ, ਇਹਦੇ ਉੱਤੋਂ ਦੀ ਵੀ ਲੰਘ ਕੇ ਗਿਆ। ਤੇ ਇੱਕ ਨਹੀਂ ਸਾਰੀ ਦੁਨੀਆ ਦੇ ਵਿੱਚ ਕਹਿੰਦੇ ਇਹਨਾਂ ਦੇ ਪਤਾ ਨਹੀਂ ਕਿੰਨੇ ਕੁ ਗੁਬਾਰੇ ਆ ਜਿਹੜੇ ਉੱਡ ਰਹੇ ਆ ਤੇ ਜਾਣਕਾਰੀ ਇਕੱਠੀ ਕਰ ਰਹੇ ਆ। ਤੁਹਾਨੂੰ ਇਹ ਵੀ ਪਤਾ ਕਿ ਚੀਨ ਦੇ ਉੱਤੇ ਇਹ ਵੀ ਇਲਜ਼ਾਮ ਲੱਗਦਾ ਰਿਹਾ ਕਿ ਇਹ ਆਪਣੇ ਪੁਲਿਸ ਸਟੇਸ਼ਨ ਕੈਨੇਡਾ ਦੇ ਵਿੱਚ ਰਨ ਕਰ ਰਿਹਾ, ਅਮਰੀਕਾ ਦੇ ਵਿੱਚ ਵੀ ਇਹਨਾਂ ਦੇ ਆਪਣੇ ਪੁਲਿਸ ਸਟੇਸ਼ਨ ਆ, ਆਪਣੇ ਬੰਦੇ ਰੱਖੇ ਇਹਨਾਂ ਨੇ ਉੱਥੇ, ਤੇ ਜਿਹੜੀ ਇਹਨਾਂ ਦੀ ਕਮਿਊਨਿਟੀ ਆ ਉਹਨੂੰ ਆਪਣੇ ਤਰੀਕੇ ਨਾਲ ਚਲਾਉਂਦੇ ਆ। ਫਿਰ ਜਿਹੜੇ ਵੋਟਾਂ 'ਚ ਖੜੇ ਹੋਣਾ ਹੁੰਦਾ ਉਹਨਾਂ ਨੂੰ ਵੀ ਸਪੋਰਟ ਕਰਦੇ ਆ ਵੀ ਤੁਹਾਡੀ ਅਸੀਂ ਮਦਦ ਕਰਾਂਗੇ। ਤੇ ਇਹ ਹੁਣ ਜਿਹੜੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਆ ਇਹ ਕਹਿ ਰਹੇ ਆ ਕਿ ਜਿਹੜੇ ਇਹ ਚੈਨਲ ਇਹਨਾਂ ਦੇ ਚੱਲ ਰਹੇ ਆ ਇਹਨੂੰ ਸਿੱਧਾ ਬੰਦ ਕਰੋ, ਇਹਦੇ ਲਈ ਕੋਈ ਵੀ ਐਕਸਕਿਊਜ਼ ਨਹੀਂ ਹੋਣਾ ਚਾਹੀਦਾ। CRTC ਨੂੰ ਵੀ ਬੇਨਤੀ ਕੀਤੀ ਆ ਵੀ ਇਹਦਾ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਬੰਦ ਕਰਨਾ ਚਾਹੀਦਾ। ਜਿਹੜੇ ਇਹ ਸੱਜੇ ਪੱਖੀ ਨੇ ਇਹ ਵੀ ਕਹਿ ਰਹੇ ਆ ਕਿ ਘੱਟੋ ਘੱਟ CRTC ਨੀਡਸ ਅ ਬੈਕਬੋਨ, ਇਹ ਸ਼ਬਦ ਵੀ ਉਹਨਾਂ ਨੇ ਵਰਤੇ ਆ CRTC ਦੇ ਲਈ। ਤੇ ਇਹਨਾਂ ਨੂੰ ਕਿਸੇ ਨਾ ਕਿਸ ਤਰ੍ਹਾਂ ਉਹ ਕਹਿੰਦੇ ਡੀਲ ਕਰਕੇ ਤੇ ਇਹਦਾ ਹੱਲ ਕਰਨਾ ਚਾਹੀਦਾ, ਨਹੀਂ ਤਾਂ ਇਹ ਕੈਨੇਡਾ ਦੇ ਲਈ ਜ਼ਿਆਦਾ ਖਤਰਨਾਕ ਗੱਲ ਹੋ ਸਕਦੀ ਆ। UK ਨੇ ਇਹਦਾ CGTN ਦਾ ਲਾਇਸੈਂਸ ਉੱਥੇ ਬ੍ਰਿਟਨ ਦੇ ਵਿੱਚ ਬ੍ਰੌਡਕਾਸਟਿੰਗ ਤੇ ਟੈਲੀ ਕਮਿਊਨੀਕੇਸ਼ਨ ਜਿਹੜਾ ਰੈਗੂਲੇਟਰ ਆ ਉੱਥੇ ਸਸਪੈਂਡ ਕਰ ਦਿੱਤਾ ਸੀ ਇਹ 2021 ਦੇ ਵਿੱਚ। ਤੇ ਜਿਹੜਾ ਸਿੱਧਾ ਨੈਟਵਰਕ ਚੀਨ ਦੀ ਕਮਿਊਨਿਸਟ ਪਾਰਟੀ ਜਿਹਨੂੰ ਕੰਟਰੋਲ ਕਰਦੀ ਆ ਵੀ ਉਹਨਾਂ ਤੇ ਦੋਸ਼ ਲਾਇਆ ਸੀ ਵੀ ਜਿਹੜੇ ਅਮਰੀਕਾ ਦੇ ਬ੍ਰੌਡਕਾਸਟਿੰਗ ਲਾਜ਼ ਨੇ ਉਹਨੂੰ ਇਹ ਵਾਇਓਲੇਟ ਕਰ ਰਹੇ ਆ। ਕੁਛ ਮਹੀਨੇ ਬਾਅਦ ਹੀ ਇਹਨਾਂ ਦੇ ਸਟਾਰ ਚਾਈਨਾ ਮੀਡੀਆ ਲਿਮਟਿਡ ਜਿਹੜਾ UK ਲਾਇਸੈਂਸ ਸੀਗਾ ਇਹਨਾਂ ਦਾ, ਉਹਨਾਂ ਨੂੰ ਜੁਰਮਾਨਾ ਹੋਇਆ ਸੀ 2 ਲੱਖ ਪਾਉਂਡ ਦਾ, ਜਾਣੀ ਕਿ 3.5 ਲੱਖ ਕੈਨੇਡੀਅਨ ਡਾਲਰ ਜਿਹੜੇ ਆ ਉਹਨਾਂ ਦਾ, ਕਿ ਕਿਉਂਕਿ ਇਹਨਾਂ ਨੇ ਅਨਫੇਅਰ ਟਰੀਟਮੈਂਟ ਕੀਤੀ ਸੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ। ਸੋ ਜੇਕਰ ਬਾਕੀ ਥਾਵਾਂ ਦੇ ਉੱਤੇ ਇਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਤਾਂ ਇਹ ਮੰਗ ਕਰ ਰਹੇ ਆ ਕਿ ਘੱਟੋ ਘੱਟ ਇੱਥੇ ਕੈਨੇਡਾ ਦੇ ਵਿੱਚ ਵੀ ਇਹਨਾਂ ਨੂੰ ਕੁਛ ਨਾ ਕੁਛ ਜਿਹੜਾ ਕਰਨਾ ਚਾਹੀਦਾ ਆ। 2020 ਦੇ ਵਿੱਚ ਜਿਹੜੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਨੇ CSIS ਆ, ਉਹਨਾਂ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਵਾਰਨ ਕੀਤਾ ਸੀ ਕਿ ਚੀਨ ਬਹੁਤ ਸਾਰੇ ਯਤਨ ਕਰ ਰਿਹਾ ਨਿਊਜ਼ ਨੂੰ ਡਿਸਟੋਰਟ ਕਰਨ ਦੇ ਤੇ ਮੀਡੀਆ ਨੂੰ ਇਨਫਲੂਐਂਸ ਕਰਨ ਦੇ ਜਿਹੜਾ ਕੈਨੇਡਾ ਦੇ ਵਿੱਚ ਆ। ਤੇ ਇਹ ਚੀਜ਼ ਉਹ ਕਹਿੰਦੇ ਸੀ ਮਤਲਬ ਬਹੁਤ ਜ਼ਿਆਦਾ ਆਮ ਆ। ਤੇ ਹੁਣ ਜਿਹੜਾ ਚੀਨੀ ਭਾਸ਼ਾ ਦੇ ਵਿੱਚ ਜਿਹੜਾ ਮੀਡੀਆ ਆਪਰੇਟ ਹੋ ਰਿਹਾ ਕੈਨੇਡਾ ਦੇ ਵਿੱਚ, ਤੇ ਜਿਹੜੇ ਮੈਂਬਰ ਨੇ ਉਹ ਚਾਈਨੀਜ਼ ਕੈਨੇਡੀਅਨ ਕਮਿਊਨਿਟੀ ਦੇ, ਉਹ ਪ੍ਰਾਇਮਰੀ ਟਾਰਗੇਟ ਨੇ ਇਹਦੇ PRC ਦੇ ਤੇ ਜਿਹੜੇ ਫੋਰਨ ਇਨਫਲੂਐਂਸ ਐਕਟੀਵਿਟੀਜ਼ ਦੇ। ਸੋ ਇਹ ਗੱਲਬਾਤ ਕਾਫੀ ਚਿਰ ਤੋਂ ਚੱਲਦੀ ਸੀ, ਹੁਣ ਇਹ ਹੋਰ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਕੀਤਾ ਜਾਣਾ ਚਾਹੀਦਾ। ਅਗਲੀ ਗੱਲਬਾਤ ਮੈਨੀਟੋਬਾ ਦੀ ਆ। ਵਿਨੀਪੈਗ ਦੇ ਵਿੱਚ ਜਿਹੜੇ ਟਰਾਂਜ਼ਿਟ ਵਰਕਰਸ ਨੇ, ਸਿਟੀ ਨੇ ਇਨਵੈਸਟ ਕੀਤਾ ਬਹੁਤ ਸਾਰਾ ਟਰਾਂਜ਼ਿਟ ਸਿਕਿਉਰਿਟੀ ਸਰਵਿਸਿਜ਼ ਦੇ ਲਈ ਕਿ ਬੱਸਾਂ ਦੇ ਵਿੱਚ ਲੋਕ ਸੁਰੱਖਿਅਤ ਨਹੀਂ ਸੀ, ਕਿੱਥੇ ਕਿਹਦੇ ਨਾਲ ਕੀ ਹੋ ਜਾਣਾ ਲੋਕਾਂ ਨੂੰ ਪਤਾ ਨਹੀਂ ਸੀ, ਲੋਕ ਬੱਸਾਂ 'ਚੋਂ ਚੜ੍ਹਨੋਂ ਹਟ ਗਏ ਸੀ ਉੱਥੇ। ਤੇ ਫਿਰ ਇਹਦੇ ਤੋਂ ਬਾਅਦ ਜਦੋਂ ਮੰਗਾਂ ਉੱਠੀਆਂ, ਕਈ ਵਾਰਦਾਤਾਂ ਵੀ ਹੋਈਆਂ, ਤੇ ਟਰਾਂਜ਼ਿਟ ਸਿਕਿਉਰਿਟੀ ਸਰਵਿਸ ਨੇ ਕਿਹਾ ਸੀ ਕਿ ਅਸੀਂ ਇਹਦੇ ਵਿੱਚ ਇਨਵੈਸਟ ਕਰਦੇ ਹਾਂ, ਹੋਰ ਫੰਡਿੰਗ ਲੈ ਕੇ ਆ ਰਹੇ ਹਾਂ। ਤੇ ਉਹ ਸਟਾਰਟ ਕਹਿੰਦੇ ਬਹੁਤ ਚੰਗਾ ਦੱਸਿਆ ਜਾ ਰਿਹਾ, ਤੇ ਲੋਕ ਇੱਕ ਵਾਰੀ ਬੱਸਾਂ ਦੇ ਵਿੱਚ ਦੁਬਾਰਾ ਚੜ੍ਹਨ ਦੇ ਲਈ ਆਉਣਗੇ, ਉਹਨਾਂ ਨੂੰ ਹੁਣ ਥੋੜ੍ਹੀ ਜਿਹੀ ਸੁਰੱਖਿਆ ਇਹਦੇ ਨਾਲ ਮਿਲ ਰਹੀ ਆ। ਜਿਹੜੇ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਆਪਣੇ ਮੇਅਰ ਉੱਥੇ ਦੇ ਸਕਾਟ ਗਲਿੰਗਮ ਨੇ, ਤੇ ਕਿ ਅਸੀਂ $5 ਮਿਲੀਅਨ ਜਿਹੜਾ ਆ ਉਹ ਪਹਿਲੇ ਬਜਟ ਦੇ ਵਿੱਚ ਉਹਨਾਂ ਨੇ ਇੱਧਰਲੇ ਟਰਾਂਜ਼ਿਟ ਸਿਕਿਉਰਿਟੀ ਸਰਵਿਸਿਜ਼ ਦੇ ਲਈ ਰੱਖਿਆ। ਹੁਣ ਜੇ ਮਤਲਬ ਟਰਾਂਜ਼ਿਟ ਸਿਕਿਉਰਿਟੀ ਸਰਵਿਸਿਜ਼ ਦੇ ਲਈ $5 ਮਿਲੀਅਨ ਰੱਖਿਆ, ਦੀਆਂ ਡਿਟੇਲਸ ਅਜੇ ਆਉਣਗੀਆਂ, ਤਾਂ ਇੱਕ ਚੰਗੀ ਗੱਲ ਦੱਸੀ ਜਾ ਰਹੀ ਹੈ, ਜਿਹਦੇ ਨਾਲ ਕਾਫੀ ਸਾਰਾ ਲੋਕਾਂ ਨੂੰ ਸੁਰੱਖਿਆ ਦੀ ਭਾਵਨਾ ਉਹਨਾਂ ਦੇ ਵਿੱਚ ਆਊਗੀ। ਜਿਹੜੇ ਕ੍ਰਿਸ ਸਕਾਟ ਨੇ, ਇਹ ਪ੍ਰੈਜ਼ੀਡੈਂਟ ਨੇ ਅਮਲਗਾਮੇਟਡ ਟਰਾਂਜ਼ਿਟ ਯੂਨੀਅਨ ਲੋਕਲ 1505 ਦੇ, ਉਹ ਕਹਿੰਦੇ ਵੀ ਇਹ ਆਸ ਆ ਕਿ ਹੁਣ ਜਿਹੜੇ ਅਟੈਕ ਆਮ ਜਿੱਦਾਂ ਪਿਛਲੇ ਮਹੀਨੇ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਹੋਇਆ ਸੀ ਉਹ ਨਹੀਂ ਹੋਣਗੇ। ਇੱਕ ਔਰਤ ਜਿਹੜੀ ਨੂੰ ਅਸੌਲਟ ਕੀਤਾ ਗਿਆ ਸੀ ਚਾਂਸਲਰ ਸਟੇਸ਼ਨ ਦੇ ਉੱਤੇ, ਤੇ ਉਹਨੇ ਮਤਲਬ ਕਿਹਾ ਸੀ ਵੀ ਮੈਂ ਮੁੜ ਕੇ ਸਾਰੀ ਉਮਰ ਕਦੇ ਇਹਨਾਂ ਦੀ ਬੱਸ 'ਚ ਨਹੀਂ ਚੜ੍ਹਨਾ, ਵੀ ਘੱਟੋ ਘੱਟ ਇਸ ਅਨਾਊਂਸਮੈਂਟ ਦੇ ਨਾਲ ਦੁਬਾਰਾ ਠੀਕ ਠਾਕ ਹੋਊਗਾ, ਲੋਕਾਂ ਦਾ ਟਰਾਂਜ਼ਿਟ ਦੇ ਵਿੱਚ ਯਕੀਨ ਹੋਊਗਾ। 19 ਜਨਵਰੀ ਦੇ ਅਟੈਕ ਦੇ ਵਿੱਚ ਜਿਹਦੇ 'ਚ 2 ਔਰਤਾਂ ਨੂੰ ਚਾਰਜ ਕੀਤਾ ਗਿਆ ਸੀ,
ਤੇ ਵਿਕਟਮ ਨੇ ਇਹ ਕਿਹਾ ਸੀ ਕਿ ਜ਼ਿਆਦਾ ਕੀਤਾ ਜਾਣਾ ਚਾਹੀਦਾ ਉਹਨਾਂ ਦੀ ਸਪੋਰਟ ਦੇ ਲਈ, ਤੇ ਇਹ ਇੱਕ ਆਮ ਜਿਹਾ ਕ੍ਰਾਈਮ ਇੱਥੇ ਬਣਦਾ ਜਾ ਰਿਹਾ ਹੈ। ਹੁਣ ਜਦੋਂ ਸਰਕਾਰ ਇਸ ਪੱਧਰ ਦੇ ਉੱਤੇ ਇਨਵੈਸਟਮੈਂਟ ਦਾ ਜ਼ਿਕਰ ਕਰ ਰਹੀ ਹੈ ਜਾਂ ਇਨਵੈਸਟਮੈਂਟ ਕਰ ਰਹੀ ਆ, ਜਿਹੜੀ ਮੇਅਰ ਨੇ ਅਨਾਊਂਸਮੈਂਟ ਕੀਤੀ ਹੈ, ਇਹਦੇ ਨਾਲ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਵੀ ਬਣਿਆ ਹੈ ਤੇ ਲੋਕ ਹੁਣ ਜ਼ਿਆਦਾ ਉੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਕੇ ਬੱਸਾਂ ਦੇ ਵਿੱਚ ਟਰੈਵਲ ਕਰਨਾ ਸ਼ੁਰੂ ਕਰਨਗੇ। ਪਿਛਲੇ ਸਮੇਂ ਦੇ ਵਿੱਚ ਹੋਈਆਂ ਵਾਰਦਾਤਾਂ ਨੇ ਲੋਕਾਂ ਦਾ ਸੁਰੱਖਿਆ ਪ੍ਰਤੀ ਯਕੀਨ ਜਿਹੜਾ ਆ ਉਹ ਥੋੜ੍ਹਾ ਜਿਹਾ ਘਟਾ ਕੇ ਰੱਖ ਦਿੱਤਾ ਸੀ ਤੇ ਲੋਕ ਹੁਣ ਇਹਦੇ ਲਈ ਇਸ ਮਾਮਲੇ ਦੇ ਵਿੱਚ ਥੋੜ੍ਹੇ ਜਿਹੇ ਚਿੰਤਤ ਪਿਛਲੇ ਸਮੇਂ ਦੇ ਵਿੱਚ ਹੋਏ ਸੀ ਤੇ ਕਿ ਇਹਦੇ ਵਿੱਚ ਅੱਗੇ ਕੀ ਕੀਤਾ ਜਾਣਾ ਚਾਹੀਦਾ। ਅਗਲੀ ਖਬਰ ਨੈੱਟਫਲਿਕਸ ਦੇ ਬਾਰੇ ਆ। ਨੈੱਟਫਲਿਕਸ ਦਾ ਜਿਹੜਾ ਪਾਸਵਰਡ ਸ਼ੇਅਰਿੰਗ ਦਾ ਮਾਮਲਾ ਆ ਉਹ ਕਈ ਵਾਰੀ ਚਰਚਾ ਦੇ ਵਿੱਚ ਆਇਆ। ਹੁਣ ਨੈੱਟਫਲਿਕਸ ਕੈਨੇਡਾ ਨੇ ਕਿਹਾ ਕਿ ਅਸੀਂ ਨਵੀਂ ਪਾਲਿਸੀ ਪਾਸਵਰਡ ਸ਼ੇਅਰਿੰਗ ਦੇ ਬਾਰੇ ਲੈ ਕੇ ਆਏ ਹਾਂ। ਇਹਦੇ ਮੁਤਾਬਕ ਜਿਹੜੇ ਕਸਟਮਰ ਵੀ ਇਹਨਾਂ ਦਾ ਪਾਸਵਰਡ ਸਾਂਝਾ ਕਰਨਗੇ ਉਹਨਾਂ ਨੂੰ $8 ਜ਼ਿਆਦਾ ਹਰ ਮਹੀਨੇ ਦੇ ਦੇਣੇ ਪੈਣਗੇ। ਨੈੱਟਫਲਿਕਸ ਜਿਹੜਾ ਕਾਫੀ ਪੋਪੂਲਰ ਮਾਧਿਅਮ ਆ ਲੋਕਾਂ ਦੇ ਮਨੋਰੰਜਨ ਦਾ, ਤੇ ਬਹੁਤ ਕੁਛ ਇਹਦੇ ਉੱਤੇ ਹੁੰਦਾ ਆ। ਨੈੱਟਫਲਿਕਸ ਨੇ ਇਹ ਵੀ ਕਿਹਾ ਕਿ ਆਪਣੇ ਪਰਿਵਾਰ ਤੋਂ ਬਾਹਰ ਜੇ ਉਹਨਾਂ ਨੇ ਪਾਸਵਰਡ ਸ਼ੇਅਰ ਕਰਨਾ ਆ ਤਾਂ ਉਹਦੇ ਬਾਰੇ ਈਮੇਲ ਰਾਹੀਂ ਸੂਚਿਤ ਕੀਤਾ ਜਾਊਗਾ। ਨੈੱਟਫਲਿਕਸ ਦੇ ਕੈਨੇਡਾ ਦੇ ਵਿੱਚ ਇਸ ਸਮੇਂ 2 ਪਲਾਨ ਚੱਲਦੇ ਆ। ਜਿਹੜੀਆਂ ਇਹਨਾਂ ਦੀਆਂ ਐਡਾਂ ਆਉਂਦੀਆਂ ਉਹਦੇ ਅਨੁਸਾਰ $10 ਯਾਨੀ $9.99 ਹਰ ਮਹੀਨੇ ਦੇ ਦੇਣੇ ਪੈਂਦੇ ਆ ਜੇਕਰ ਕੋਈ ਦੇਖਦਾ ਆ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਦੂਜੀ ਪਲਾਨ ਦੀ ਜਿਹੜੀ ਸਬਸਕ੍ਰਿਪਸ਼ਨ ਆ ਉਹ $6 ਮਹੀਨੇ ਦੀ $5.99 ਦੱਸੀ ਜਾ ਰਹੀ ਹੈ। ਜਿਹੜਾ ਕੰਪਨੀ ਦਾ ਸਟੈਂਡਰਡ ਪਲਾਨ ਆ ਉਹਦੇ ਮੁਤਾਬਕ $17 ਹਰ ਮਹੀਨੇ 2 ਡਿਵਾਈਸਾਂ ਦੇ ਉੱਤੇ ਤੁਸੀਂ ਦੇਖ ਸਕਦੇ ਆ, ਤੇ ਪਰ ਹੋਣੇ ਇੱਕੋ ਥਾਂ ਤੇ ਚਾਹੀਦੇ ਆ। ਮਤਲਬ ਜੇ ਪਾਸਵਰਡ ਸ਼ੇਅਰ ਕਰਦੇ ਆ ਇੱਕੋ ਥਾਂ ਦੇ ਉੱਤੇ ਤੁਹਾਨੂੰ $8 ਜ਼ਿਆਦਾ ਦੇਣੇ ਪੈਣਗੇ। ਜੇ ਉਹਨਾਂ ਨੂੰ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜਾ ਮਤਲਬ ਇੱਕ ਜਿਹੜਾ ਸਟੈਂਡਰਡ ਪਲਾਨ ਦੇ ਮੁਤਾਬਕ $16.99 ਹਰ ਮਹੀਨੇ ਦੇ, ਜੇਕਰ ਇੱਕ ਬੰਦਾ 2 ਡਿਵਾਈਸਿਸ ਦੇ ਉੱਤੇ ਦੇਖਦਾ ਤੇ ਉਹ ਇੱਕੋ ਥਾਂ ਤੇ ਹੋਣੇ ਦੇਣੇ ਪੈਣਗੇ। ਜੇ ਉਹ 2 ਅਲੱਗ-ਅਲੱਗ ਥਾਵਾਂ 'ਤੇ ਦੇਖਦਾ ਹੈ ਤਾਂ ਉਹਨੂੰ $7.99 ਵਾਧੂ ਫੀਸ ਦੇਣੀ ਪਊਗੀ। ਜਿਹੜਾ ਸਟੈਂਡਰਡ ਪਲਾਨ ਆ ਉਹ ਇੱਕ ਹੋਰ ਬੰਦਾ ਹੀ ਉਹਦੇ ਤੱਕ ਹੀ ਹੈਗਾ। ਪ੍ਰੀਮੀਅਰ ਜਿਹੜਾ ਪਲਾਨ ਆ ਇਹਨਾਂ ਦਾ ਉਹਦੀ ਫੀਸ $21 ਦੇ ਕਰੀਬ ਆ। 4 ਯੂਜ਼ਰ ਇੱਕੋ ਸਮੇਂ ਦੇਖ ਸਕਦੇ ਆ। ਕੋਈ ਯੂਜ਼ਰ $8 ਜਿਹੜਾ ਪ੍ਰਤੀ ਵਿਅਕਤੀ ਭਰ ਕੇ ਵੀ ਕਿਸੇ ਹੋਰ ਥਾਂ 'ਤੇ ਦੇਖ ਸਕਦਾ ਹੈ। ਸੋ ਇਹ ਇਹਨਾਂ ਨੇ ਵੱਖਰੇ ਵੱਖਰੇ ਜਿਹੜੇ ਪਾਸਵਰਡ ਸ਼ੇਅਰਿੰਗ ਦੇ ਪਲਾਨ ਆ ਉਹ ਪਿਛਲੇ ਸਮੇਂ ਦੇ ਵਿੱਚ ਜਾਰੀ ਕੀਤੇ ਆ, ਤੇ ਜਿਹੜੇ ਹੋਰ ਪਲਾਨ ਆ ਇਹਦੇ ਉਹ ਵੀ ਲਿਆਂਦੇ ਜਾ ਰਹੇ ਆ ਕਿਉਂਕਿ ਇਹਨੂੰ ਦੇਖਦੇ ਬਹੁਤ ਜ਼ਿਆਦਾ ਨੇ। 10 ਮਿਲੀਅਨ ਯੂਜ਼ਰ ਜਿਹੜੇ ਆ ਉਹ ਪਾਸਵਰਡ ਸਾਂਝਾ ਕਰ ਰਹੇ ਆ। 250 ਮਿਲੀਅਨ ਜਿਹੜਾ ਗਾਹਕ ਆ ਜਿਹੜਾ ਇਹਨਾਂ ਦਾ ਭੁਗਤਾਨ ਕਰਦਾ ਆ, ਤੇ ਕੰਪਨੀ ਦਾ ਇਹ ਕਹਿਣਾ ਹੈ ਕਿ ਉਹ 250 ਮਿਲੀਅਨ ਦੇ ਵਿੱਚ 100 ਮਿਲੀਅਨ ਪਾਸਵਰਡ ਸ਼ੇਅਰ ਕਰਦੇ ਆ। ਕੰਪਨੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ 2022 ਦੇ ਅੰਤ ਦੇ ਵਿੱਚ ਪਾਸਵਰਡ ਸ਼ੇਅਰਿੰਗ ਦੇ ਵਿੱਚ ਆਪਣੀ ਨੀਤੀ ਨੂੰ ਬਦਲਣਗੇ। ਇਹਦੀ ਉਹਨਾਂ ਨੇ ਡਿਟੇਲ ਸਾਂਝੀ ਨਹੀਂ ਸੀ ਕੀਤੀ, ਤੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਇਹ ਕੁਝ ਡਿਟੇਲਸ ਜਿਹੜੀਆਂ ਹੋਰ ਸਾਹਮਣੇ ਆਈਆਂ। ਕੁਝ ਲੋਕ ਇਸ ਗੱਲ ਤੋਂ ਖੁਸ਼ ਨੇ ਤੇ ਕੁਝ ਲੋਕ ਇਸ ਗੱਲ ਤੋਂ ਥੋੜ੍ਹੇ ਜਿਹੇ ਨਾਰਾਜ਼ ਵੀ ਨਜ਼ਰ ਆ ਰਹੇ ਨੇ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਫਿਰ ਆਪਾਂ ਹਾਜ਼ਰ ਹੋਵਾਂਗੇ ਕੱਲ੍ਹ ਦੇ ਕੁਝ ਨਵੇਂ ਮਾਮਲਿਆਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨ ਲਈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।